ਅੱਛਾ, ਇਹੋ ਜਿਹਾ ਬੰਦਾ ਕੁੱਤੇ ਦੇ ਡਰ ਤੋਂ ਕੰਮ ਤੋਂ ਛੁੱਟੀ ਕਰ ਲੈਂਦਾ। ਆਈ ਇਮਲੀ ਦੇਖ ਲਓ ਉਸਤਾਦ ਜੀ, ਸੱਸ ਨਾਲ ਪ੍ਰੈਂਕ ਕੀਤਾ। ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਨੂੰ ਥੱਲੇ ਬਹਾ ਕੇ ਨਾ ਤੇ ਉਹ ਜਿਹੜਾ ਕੀ ਉਹਨੂੰ ਕਹਿੰਦੇ ਸਟੈਥੋਸਕੋਪ, ਉਹ ਫੜ ਕੇ ਇੰਜ ਉਹਦੇ ਲਾ ਰਿਹਾ ਸੀ। ਇਹ ਵੀ ਮਰੀਜ਼ ਸੀ, ਇਹ ਵੀ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਇਹਦੇ ਕੋਲ ਮਰੀਜ਼ ਆਇਆ, ਉਹਦੇ ਲੱਕ ਤੇ ਕਰਨ ਡਿਆ। ਮੁਦੱਸਰ ਵਗਰਾ ਬੰਦਾ ਕੁੱਤੇ ਦੇ ਪੈਰ ਰੱਖ ਕੇ ਕਹਿੰਦਾ ਕੋਈ ਨਹੀਂ ਆਪ ਹੀ ਆ। ਲਓ ਜੀ, अस्सलाम वालेकुम। वाह, मैं समझा कहने लगे साढ़े हथ खड़े। अस्सलाम वालेकुम नादरीन, अतवार बाजार में खुश आमदीद, जो कि कभी सोमवार ਨੂੰ ਕਦੀ ਇਤਵਾਰ ਨੂੰ ਕਦੀ ਮੰਗਲ ਨੂੰ ਕਦੀ ਜੁਮੇਰਾਤ ਨੂੰ ਚੱਲਦਾ। ਉਸ ਅਤਵਾਰ ਬਾਜ਼ਾਰ ਸ਼ੋਅ 'ਚ ਖੁਸ਼ ਆਮਦੀਦ। ਬਹੁਤ ਫਿੱਟੇ ਹੂੰ ਲਓ ਜੀ, ਆ ਤੇਰੇ ਹਾਲ ਹੋਈ। ਓਏ ਅੱਜ ਭਾਈ ਮੈਂ ਤੁਹਾਨੂੰ ਦੱਸਦਾ ਵਾਂ, ਅੱਜ ਨਾ ਅੱਗੇ ਅਸੀਂ ਕੋਈ ਨਾ ਕੋਈ ਟੌਪਿਕ ਸੋਚ ਲਈਦੇ ਸੀ ਨਾ ਵੀ ਅੱਜ ਅਸੀਂ ਇੱਥੇ ਮੱਛਲੀਆਂ ਤੇ ਜੁਗਤਾਂ ਕਰਾਂਗੇ, ਫਲਾਂ ਤੇ ਕਰਾਂਗੇ, ਹਕੀਮ ਸੀ ਡਾਕਟਰ ਬਣ ਗਿਆ, ਡਾਕਟਰ ਸੀ ਸਦਰ ਬਣ ਗਿਆ। ਅੱਜ ਜੈਨੂਇਨ ਗੱਲ ਇਹ ਆ ਕਿ ਸਮਝ ਹੀ ਕੁਛ ਨਹੀਂ ਆਇਆ ਤੇ ਅੱਲਾ ਦਾ ਨਾਮ ਲੈ ਕੇ ਬਹਿ ਗਏ ਆ ਤੇ ਬਜਾਏ ਇਹਦੇ ਕਿ ਅਸੀਂ ਫਿੱਕਾ ਸ਼ੋਅ ਕਰੀਏ ਅੱਛਾ ਕਰਨ ਦੇ ਚੱਕਰ 'ਚ ਤੇ ਅਸੀਂ ਇਰਾਦਾ ਤਾਂ ਨਹੀਂ ਕਿਉਂ ਨਾ ਫਿੱਕਾ ਸ਼ੁਰੂ ਕਰ ਦਿੰਦੇ। क्या कहने सजाद जानी क्या कहने। क्या बात है, क्या अजकल मैनूं बीमारी पई हर गल ते क्या कहने सजाद जानी, है ना। हाँ जी ਭਾਈ ਗੱਲ ਇਹ ਆ ਕਿ ਇਨਡਾਇਰੈਕਟਲੀ ਜਿਹੜੀ ਮੈਂ ਦਾਤ ਦੇ ਰਿਹਾ ਨਾ, ਮੈਂ ਉਹਨੂੰ ਦੇ ਰਿਹਾ ਕਿਉਂਕਿ ਉਹ ਆਮਦ ਉਹਦੇ ਵੱਲੋਂ ਹੁੰਦੀ ਨਾ। ਤੇ ਜਦੋਂ ਮੈਂ ਕਹਿੰਦਾ ਨਾ ਸਜਾਦ ਜਾਨੀ ਕੀ ਬਾਤ ਆ, ਤੇ ਇਨਡਾਇਰੈਕਟਲੀ ਉਧਰ ਦਾਤ ਜਾ ਰਹੀ ਹੁੰਦੀ ਕਿਉਂਕਿ ਉਧਰੋਂ ਆ ਰਹੀ ਸਾਰੀ ਤੇ ਉਧਰੋਂ ਇੱਧਰ ਇਹ 6 ਦੇ 6 ਉਧਰੋਂ ਬਲੌਗ ਨੇ ਅੱਜ। ਇਹ ਦੇਖਣਾ ਤੁਸੀਂ। ਲੈ ਬਈ, ਇਰਾਦਾ ਤਨ ਫਿੱਕਾ ਸ਼ੋਅ ਕਰਾਂਗਾ। चलो ठीक, ਔਰ ਕਸਮ ਵਾਲੀ ਗੱਲ ਹੈ, ਇਹਦੇ ਉੱਤੇ ਲਿਖਾਂਗਾ ਕਿ ਨਹਾਇਤ ਫਿੱਕਾ ਸ਼ੋਅ, ਨਹਾਇਤ ਫਿੱਕਾ ਸ਼ੋਅ। ਇਰਾਦਾ ਤਾਂ। ਅੱਛਾ, ਨਹੀਂ ਤੁਹਾਨੂੰ ਯਕੀਨ, ਆ ਲੋ ਕੋਈ ਜੁਗਤ ਕਰ। ਬਾਂਦਰ ਨਾ ਹਾਸ਼ੀਏ ਲਾਏ ਹੁੰਦੇ। ਹਾਂਜੀ सही ਹੈ ਕੀ ਹੈ? ਬਾਂਦਰ ਨਾ ਹਾਸ਼ੀਏ ਲਾਏ ਹੁੰਦੇ। ਅੱਛਾ, ਜਦੋਂ ਇਹਨਾਂ ਨੂੰ ਕੋ ਅੱਛਾ ਕਰਨਾ ਵੇਖੀ ਭਾਵੇਂ ਨਾਲ ਹੀ ਪਿੱਕਾ ਕਰਨਾ। ਅੱਛਾ ਚੱਲ ਕੋਈ ਅੱਛੀ ਜੁਗਤ ਕਰ। ਹਾਂਜੀ, ਅੱਛੀ ਫੀਨਾ ਡੋਰੇਮੋਨ ਹੁੰਦਾ। ठीक है, ठीक जा ਅੱਛਾ, ਪਤਾ ਕੀ ਹੈ, ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਵੇਖਣਾ ਹੀ ਹੈ ਲਾਜ਼ਮੀ, ਬੰਦ ਨਹੀਂ ਕਰਨਾ ਕਿਉਂਕਿ ਐਡ ਸੈਲ ਚੱਲਦੀਆਂ ਨੇ। ਸਾਡਾ ਲੰਗਰ ਲੱਗਾ, ਮੋਬਾਈਲ ਦੋ ਮੋਬਾਈਲ ਹੁੰਦੇ ਅਕਸਰ, ਸਾਡੇ ਵਾਲਾ ਐਪ ਪਲੇ ਕਰਕੇ ਸਾਈਡ ਤੇ ਰੱਖ ਦਿਓ, ਦੂਜੇ ਤੇ ਗੇਮ ਖੇਡਣੀ ਸ਼ੁਰੂ ਕਰ ਦਿਓ। ਨੋ ਪ੍ਰੋਬਲਮ, 25-30 ਮਿੰਟ ਬਾਅਦ ਬੰਦ ਕਰ ਦਿਓ, ਕੋਈ ਰੌਲਾ ਨਹੀਂ। ਸਾਨੂੰ ਨਹੀਂ ਲੋੜ ਇਸ ਚੀਜ਼ ਦੀ ਕਿ ਵੀ ਤੁਹਾਨੂੰ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ। ਜੇ ਸਾਨੂੰ ਨਹੀਂ ਆ ਰਿਹਾ ਤੇ ਤੁਹਾਨੂੰ ਵੀ ਨਹੀਂ ਆ ਰਿਹਾ ਤੇ ਬੰਦ ਨਹੀਂ ਕਰਨਾ। हाँ, बंद नहीं कर। ਐਡ ਵੀ ਬੰਦ ਕਰ। ਐਡਾਂ ਚੱਲਣ ਦੇਣੀਆਂ ਨਾ, ਸਾਈਡ ਤੇ ਰੱਖ ਦਿਓ ਬਸ। ਜਦੋਂ ਐਡ ਆਵੇ ਐਵੇਂ ਪੱਖਾ ਮਾਰਾ ਜਾਂ ਤੇਜ਼ ਕਰਨ ਲਈ ਉੱਠ ਪਏ, ਮਤਲਬ ਐਡ ਨਗਾਣੀ ਨਹੀਂ ਆ ਐਵੇਂ ਵੇਖਣਾ। ਅੱਛਾ, ਅਗਲੇ ਪੱਖਾ ਲੱਗਿਆ ਨਾ ਹੋਵੇ, ਏਸੀ ਲੱਗਾ ਹੋਵੇ, ਐਵੇਂ ਉਹਨੂੰ ਛੇੜੀ ਗਏ। ਹਾਂਜੀ, ਬੂਹਾ ਢੋ ਲੈਣਾ ਮਾਰਾ ਜਿਹਾ ਐਵੇਂ, ਮਤਲਬ ਐ ਖੋਲ ਦੇਣਾ। ਹਾਂਜੀ ਬਾਅਦ। ਅੱਛਾ, ਇੱਕ ਸੱਚੀ ਮੁੱਚੀ ਵਾਲੀ ਗੱਲ ਦੱਸਾਂ, ਮੈਂ ਥੋੜਾ ਦੇਰ ਪਹਿਲੇ ਪੁੱਛ ਰਿਹਾ ਸੀ, ਬਾਸ ਤੇਰੀ ਮੰਗਣੀ ਹੋਈ ਤੇ ਕਹਿੰਦਾ ਆਪਣੀ ਮਰਜ਼ੀ ਨਾਲ ਆ ਤੂੰ ਦੱਸ, ਇਹਦੀ ਮੰਗਣੀ ਹੁੰਦਿਆਂ ਰਹਿ ਗਈ, ਕੀ ਹੋਇਆ ਦੱਸ ਜ਼ਰਾ। ਪਹਿਲੀ ਦਫਾ ਆਏ ਭੈਣ, ਉਹ ਹੀ पहली दफा आए जी मुंडे उनके घर वाले। हाँ जी। कुड़ी वाले आए, पहली दफा उनके घर वाले हमारे घर आ रहे थे। ਤੇ ਮਾਲ ਮੂਲ ਅੱਬੂ ਨੇ ਲਿਆਂਦਾ, ਨਿੰਮਕੋ ਇਹ ਮਾਲ ਕੀ ਮਤਲਬ ਜੋ ਵੀ ਬੋਤਲ, ਹਾਂ ਜੋ ਵੀ ਉਹਨਾਂ ਦੀ ਖਿਦਮਤ ਲਈ ਤੇ ਢੋਲਕ ਲੈ ਕੇ। ਉਹ ਉਹਨਾਂ ਦੇ ਅੱਗੇ ਭਾਈ ਰੱਖਿਆ, ਉਹਨਾਂ ਨੇ ਕਿਹਾ ਠੀਕ ਹੈ, ਖਾਣ ਪੀਣ ਦੀਆਂ ਹਾਂਜੀ, ਚੀਜ਼ਾਂ। ਖੁਸ਼ੀ ਨਾਲ ਗਏ ਤੇ ਪੈਸੇ ਵੀ ਥੋੜੇ ਜਿਹੇ ਦੇ ਗਏ। ਮੈਂ ਕਿਹਾ ਲੈ ਗਿਆ ਸਰ। मतलब तू क्या भी तकरीबन ਹਾਂਜੀ, ਮੈਂ ਕਿਹਾ Okay ਠੀਕ ਆ, ਮੈਂ ਕਿਹਾ ਖਰਚਾ ਵੀ ਚੱਲੀ ਜਾਊਗਾ, ਚਲੋ ਅੱਜ ਤੋਂ ਹੀ ਸ਼ੁਰੂ ਹੋ। ਅਗਲੀ ਦਫਾ ਫੇਰ ਆਏ ਭੈਣ, नहीं खर्चा भी चली जाऊगा ਉਹ मतलब ਮਤਲਬ ਉਹ ਜਿਹੜੀਆਂ ਬੀਬੀਆਂ ਸਲਾਮੀਆਂ ਹੁੰਦੀਆਂ ਆਈ ਜਾਊਗੀਆਂ, ਹੁਣ ਜਿੰਨੀ ਦੇਰ ਵਿਆਹ ਨਹੀਂ ਹੁੰਦਾ ਵੇਖ ਕੇ ਗਏ। अच्छा ਬਾਅਦ ਚੋਂ ਅਸੀਂ ਗਏ ਭੈਣ, ਮੇਰੇ ਅੱਬੂ हाँ ਉਹ ਵੀ ਵੇਖ ਕੇ ਆਏ। ਬਾਅਦ ਚੋਂ ਫੇਰ ਉਹ ਆਏ, ਪਹਿਲੇ 4 ਜਣੇ ਸੀ, ਬਾਅਦ ਚੋਂ 6 ਜਣੇ। ਕਹਿੰਦੇ ਫੇਰ ਯੈਸ ਆ, ਕਹਿੰਦੇ ਬਸ ਦਿਨਾਂ ਦਾ ਨਾ ਹਿਸਾਬ ਲਾਣੇ, ਦੱਸਾਂ ਕਿ ਦਿਨਾਂ। ਹਾਂਜੀ, कुंडली रला रहे सी। ਹਾਂ ਕੁੰਡਲੀ। ਫੇਰ ਦੱਸਾਂ ਕਿ ਦਿਨਾਂ ਬਾਅਦ ਕਹਿੰਦੇ ਦਿਨਾਂ ਦਾ ਰਹਿਣ ਦੋ। ਉਹ ਇੱਕ ਨਾ ਨਨਾਣ ਰਹਿੰਦੀ ਸੀ ਸਾਡੀ ਦੇਖਣ ਵਾਲੀ, ਉਹਨਾਂ ਨੇ ਆਣਾ ਵਾ। ਅੱਬੂ ਕਹਿੰਦੇ ਚਲੋ ਤਵਾਰ ਨੂੰ ਫੇਰ ਆ। ਨਨਾਣ? ਹਾਂਜੀ, ਨਨਾਣ। ਉਹ ਤਵਾਰ ਨੂੰ ਆਏ, ਉਹਨੇ ਦੇਖਿਆ ਦੁਖਿਆ ਤੇ ਦੇਖ ਦੂਖ ਕੇ ਕਹਿੰਦੀ ਚਲੋ ਜਾ ਕੇ ਦੱਸਦਾ। ਤੇ ਜਾਂਦੇ ਹੀ ਭਾਈ ਹਲੇ ਘਰ ਵੀ ਨਹੀਂ ਪਹੁੰਚੇ, ਰਸਤੇ 'ਚ ਹੀ ਕਾਲ ਉਹਨਾਂ ਨੇ ਕਰਤੀ, ਕਹਿੰਦੇ ਨਹੀਂ ਉਹ ਨਨਾਣ ਨਹੀਂ ਮੰਨੀ। ਉਹ ਨਾਨ ਰੋਕਦੀ ਨਨਾਣ ਹੋਣੀ ਨਾ। ਅੱਬੂ ਕਹਿੰਦਾ ਵਾਹ ਦੇ ਮੁੰਡਾ ਵਾ ਮੇਰਾ, ਜਿਹਦਾ ਮੈਨੂੰ ਵਿਆਹ ਹੀ 31-32 ਲੱਖ 'ਚ ਪੈ ਗਿਆ। ਕਹਿੰਦਾ ਵੇਖ ਕੇ ਆਂਦੇ ਆ 5-7 ਹਜ਼ਾਰ ਲਵਾਉਂਦੇ ਆ, ਕਹਿੰਦੇ ਨੇ 31-32 ਲੱਖ। ਇਮਲੀ ਦਾ ਵੀ ਰਿਸ਼ਤਾ ਦੇਖਣ ਵਾਲੇ ਆ ਗਏ ਭਾਈ, ਉਹਨਾਂ ਨੇ ਇੰਜ ਕਰਕੇ ਇਮਲੀ ਸਾਹਮਣੇ ਆਇਆ, ਉਹ ਦਵਾ ਦਵ ਉਹਨਾਂ ਦਾ ਬੰਦਾ ਉੱਠਿਆ, ਕਹਿੰਦਾ ਆ ਲੋ ਜੀ ਮੂੰਹ ਮਿੱਠਾ ਕਰੋ, ਦਿਲ ਤੇ ਖੱਟਾ ਹੋ ਹੀ ਗਿਆ। ਆਹੋ ਦਾਨੀ ਦਾ ਵੀ ਭਾਈ ਰਿਸ਼ਤਾ ਦੇਖਣ ਆਏ ਤੇ
ਉਹਨਾਂ ਨੇ ਇਹਨੂੰ ਲਾਗੇ ਭਾਇਆ ਕੁੜੀ ਵਾਲਿਆਂ ਦੇ, ਤੇ ਉਹ ਕਹੀ ਜਾਣ ਕਹਿੰਦੇ ਇਹ ਮੁੰਡੇ ਨੂੰ ਪਰਾਂ ਭੇਜ ਦਿਓ, ਇੰਨੀਆਂ ਕਰੀਮਾਂ ਲਾ ਗਿਆ ਸਮੈਲ ਆਉਂਦੀ ਹੈ। ਉੱਥੇ ਬਹੁਤ ਅਸੀਂ ਵੇਖਦੇ ਦੂਰ ਬੈ ਕੇ। ਇਮਲੀ ਦਾ ਵੀ ਰਿਸ਼ਤਾ ਦੇਖਣ ਆਵੇ ਉਸਤਾਦ ਜੀ। ਇਹ ਮੇਰੀ ਲਾਜ ਰੱਖੇਗਾ ਫਿੱਕੇ ਵਾਲੀ। ਉਸਤਾਦ ਜੀ ਇਮਲੀ ਦਾ ਰਿਸ਼ਤਾ ਦੇਖਣ ਆਵੇ ਤੇ ਇਹਦੇ ਦੋਸਤ ਨੂੰ ਕਹਿੰਦੇ ਮਠਿਆਈ ਖਵਾ, ਕਹਿੰਦਾ ਹਲੇ ਹਾਂ ਨਾ ਤੇ ਹੋਈ ਨਹੀਂ, ਕਹਿੰਦਾ ਸਿਰਫ ਇਸੇ ਗੱਲ ਦੀ ਖਵਾ ਤੈਨੂੰ ਦੇਖਣ ਆਉਣ ਡਿਆ। ਆ ਪਹਿਲੇ ਤੇ ਇਸ ਗੱਲ ਦੀ ਖਵਾ ਨਾ ਕਿ ਉਹ ਦੇਖਣ ਆ ਰਹੇ ਨੇ, ਅਗਲੀ ਤੇ ਬਾਅਦ ਚ ਕਰਾਂਗੇ। ਇਮਲੀ ਦਾ ਰਿਸ਼ਤਾ ਵੇਖਣ ਆਏ ਤੇ ਇਹਨੂੰ ਵੇਖ ਕਹਿੰਦੇ ਅੱਲਾ ਤੇ ਵੇਖਣ ਦਿਆਂ। ਹੁਣ ਵੀ ਦੇਖਣ ਜਿਹੜੇ ਆ ਜੀਓ ਇਮਲੀ ਦਾ ਰਿਸ਼ਤਾ ਦੇਖਣ ਆਏ ਤੇ ਉਹਨਾਂ ਨੇ ਫੋਨ ਕੀਤਾ ਤੁਹਾਡਾ ਘਰ ਕਿੱਥੇ ਗਾ, ਕਹਿੰਦੇ ਤੁਹਾਨੂੰ ਮੇਨ ਤੇ ਨਾ ਇਮਲੀ ਆਪ ਲੈਣ ਆਉਂਦਾ, ਤੇ ਉੱਥੋਂ ਦੇਖ ਕੇ ਹੀ ਮੁੜ ਗਏ। ਚਲੋ ਬੰਦਾ ਜੁੱਤੀ ਫੜ ਲਵੇ, ਤੁਸੀਂ ਸਾਰੇ ਲੈਣ ਕੀ ਆਉਣ ਡੇ ਮੇਰਾ। ਇਮਲੀ ਜਵਾਨ ਹੋ ਗਿਆ ਭਾਈ, ਇਹਦੇ ਬੂੜੇ ਨੇ ਕਿਹਾ ਚਲੋ ਇਹਦਾ ਕੋਈ ਬੂਆ ਖੋਲ ਦੇ, ਇਹਦਾ ਕੋਈ ਹੈ ਕਰੀਏ। ਉਹ ਵਿਚੋਲਾ ਆਇਆ ਤੇ ਉਹ ਹੀ ਨਾ ਕਰ ਗਿਆ। ਕਹਿੰਦਾ ਵਿਚੋਲਾ ਹੀ ਨਾ, ਉਹਨੇ ਕਿਹਾ ਜੀ ਮੈਨੂੰ ਹੀ ਨਹੀਂ ਪਸੰਦ ਆਇਆ, ਮੈਂ ਅਗਲੇ ਨੂੰ ਕੀ ਲੈ ਕੇ ਆਵਾਂ। ਅੱਛਾ ਇਹੋ ਜਿਹੇ ਬੰਦੇ ਦਾ ਰਿਸ਼ਤਾ ਨਾ ਹੋਵੇ ਤੇ ਐਂਡ ਤੇ ਇਦਾਂ ਦੀਆਂ ਗੱਲਾਂ ਹੋਣ ਲੱਗ ਪੈਣੀਆਂ, ਸਾਨੂੰ ਸਮਾਨ ਨਹੀਂ ਚਾਹੀਦਾ, ਬਸ ਕੁੜੀ ਚਾਹੀਦੀ। ਆਹੋ ਅੱਛਾ ਜਦੋਂ ਨਿਰਾਸ਼ ਹੋ ਜਾਣਾ ਨਾ ਹਰ ਪਾਸਿਓਂ, ਉਦੋਂ ਨਾਲ ਹੀ ਨੇਕ ਹੋ ਜਾਣਾ ਕਿ ਨਹੀਂ ਜੇਜ਼ ਇੱਕ ਲਾਨਤ ਹੁੰਦੀ ਆ, ਅਸੀਂ ਉਹ ਨਹੀਂ ਕੰਮ ਕਰਨਾ, ਸਾਨੂੰ ਕੁੜੀ ਚਾਹੀਦੀ, ਬਸ ਇੱਕ ਸਮਾਨ ਅਸੀਂ ਆਪੇ ਬਣਾ ਲਾਂਗੇ। ਇਹ ਨਹੀਂ ਪਤਾ ਵੀ 6.5 ਸਾਲ ਹੋ ਗਏ ਹੋਣ ਹੀ ਨਹੀਂ ਦਿਆ ਕਿਤੇ। ਹੋ ਜਾਏਗਾ ਜੀ। ਅੱਛਾ ਵਿਚੋਲੇ ਜਿਹੜੇ ਹੁੰਦੇ ਉਸਤਾਦ ਜੀ, ਹਾਂਜੀ ਯਾਰ ਇਹਨਾਂ ਦੀ ਕੀ ਮੌਜ ਹੁੰਦੀ, ਬੜਾ ਨਾਲੇਜ ਹੁੰਦਾ ਇਹਨਾਂ ਦੇ। ਯਾਰ ਇਹ ਕੀ ਆਈਟਮਾਂ ਹੁੰਦੀਆਂ ਨੇ ਕਿ ਉੱਧਰ ਜਾ ਕੇ ਉੱਧਰ ਦੀ ਤਾਰੀਫ ਤੇ ਕਹਿਣਗੇ ਜੀ ਇਹ ਮੈਂ ਤੁਹਾਡੀ ਬੱਚੀ ਨਹੀਂ ਸਮਝ ਕੇ ਕਰ ਰਿਹਾ, ਮੈਂ ਆਪਣੀ ਬੱਚੀ ਸਮਝ ਕੇ, ਇਦਾਂ ਹੀ ਇਸ ਤੇ ਉੱਧਰ ਜਾ ਕੇ ਕਹੀ ਜਾਣਗੇ ਤੁਹਾਡਾ ਬੱਚਾ ਨਹੀਂ ਇਹ ਮੇਰਾ ਬੱਚਾ ਹੈ। ਮੇਰਾ ਆਪਣਾ ਪੁੱਤ। ਠੀਕ ਹੈ ਮੈਂ ਪਾਗਲ ਨਹੀਂ, ਮੈਂ ਵੀ ਧੀਆਂ ਪੁੱਤਾਂ ਵਾਲਾ, ਮੈਂ ਵੀ ਗਲਤ ਜਗ੍ਹਾ ਤੇ ਕਰਾ ਕੇ ਮੈਂ ਅੱਲਾ ਨੂੰ ਮਾਰ ਕੇ ਕੀ ਬੂ ਹੋਣਾ। ਤੇ 30-25 ਇਧਰੋਂ 30-35 ਇਧਰੋਂ 30-35 ਇਧਰੋਂ ਦਿਹਾੜੀ ਲਾ ਕੇ। ਆਹੋ ਤੇ ਉਸ ਤੋਂ ਬਾਅਦ ਫਿਰ ਵਿਚੋਲੇ ਨੂੰ ਉਹਨਾਂ ਨੇ ਫੜਿਆ ਹੁੰਦਾ ਬਾਅਦ ਚ। ਹਾਂ ਇਹ ਤੇ ਪਹਿਲੇ ਵੀ ਵਿਆਹਿਆ ਮੁੰਡਾ। ਇਮਲੀ ਦਾ ਰਿਸ਼ਤਾ ਦੇਖਣ ਆ ਗਏ ਤੇ ਉਹ ਇਮਲੀ ਨੇ ਉਹ ਬੈਠੇ ਹੋਏ ਸੀ, ਇਮਲੀ ਨੇ ਆ ਕੇ ਉਧਰੋਂ ਕਿਹਾ ਸਲਾਮ ਅਲੈਕਮ, ਉਹਨਾਂ ਨੇ ਦੇਖ ਕੇ ਕਿਹਾ ਸਲਾਮ ਅਲੈਕਮ। ਨਹੀਂ ਅਸਲਾਮ ਅਲੈਕਮ, ਉਹਨਾਂ ਨੇ ਕਿਹਾ ਜੀ ਸਾਡੇ ਵੱਲੋਂ ਸਲਾਮ ਅਲੈਕਮ। ਕੋਈ ਸਲਾਮ ਚ ਕੰਮ ਹੋ। ਨਹੀਂ ਇਮਲੀ ਦਾ ਰਿਸ਼ਤਾ ਵੇਖਣ ਆਏ ਨਾ ਜਦੋਂ, ਤੇ ਉਹਨਾਂ ਨੇ ਇਮਲੀ ਵਾਲ ਗੌਰ ਨਾਲ ਵੇਖਿਆ, ਉਹਨਾਂ ਨੇ ਬਾਅਦ ਚ ਉਹਨਾਂ ਨੂੰ ਘਰਦਿਆਂ ਨੇ ਕਿਹਾ ਓਏ ਬਗੈਰ ਤੋਂ ਤੁਹਾਨੂੰ ਕੀ ਪਤਾ ਗੱਲ ਇਮਲੀ ਨੇ ਜਦੋਂ ਸ਼ਾਦੀ ਮੈਂ ਕਰਵਾਉਣੀ ਲਵ ਸਟੋਰੀ ਕਰਵਾਉਣੀ। ਇਹ ਵਿੱਚ ਵਰਗ ਲਾ ਜਾਂਦੇ ਨੇ, ਮੈਂ ਫਿੱਕ ਪੁੜੇ ਤੇ ਕਾਇਮ ਆ ਭਾਈ ਅੱਜ। ਇਮਲੀ ਦਾ ਰਿਸ਼ਤਾ ਦੇਖਣ ਆ ਗਏ ਤੇ ਉਹ ਗੱਲ ਨਹੀਂ ਹੁੰਦੀ ਵੱਢ ਦੇਣੀ ਆ ਪਰ ਇਹਨਾਂ ਨੂੰ ਨਹੀਂ ਦੇਣੀ, ਉਹ ਗੱਲ ਇੱਥੇ ਵੱਡੀ। ਪਹਿਲੀ ਵਾਰੀ ਇਹਨੂੰ ਅੱਛਾ ਇਮਲੀ ਅੱਜ ਤੂੰ ਬੋਲ ਨਹੀਂ ਰਿਹਾ, ਕੀ ਗੱਲ ਆ? ਉਸਤਾਦ ਜੀ ਨੂੰ ਮੇਰੇ ਰਿਸ਼ਤੇ ਦੀ ਇੰਨੀ ਫਿਕਰ ਹੈਗੀ ਅੱਲਾ ਬਿਹਤਰ। ਨਹੀਂ ਏਦਾਂ ਜਿੱਦਾਂ ਪਤਾ ਨਹੀਂ ਮੇਰਾ ਤਾਏ ਦਾ ਪੁੱਤ ਵਾ, ਹਰ ਗੱਲ ਤੋਂ ਇਨਕਾਰ ਕਰਿਆ ਹੀ ਅੱਛਾ ਯਾਰ। ਤਾਏ ਦੇ ਪੁੱਤ ਨੂੰ ਨਹੀਂ ਫਿਕਰ ਹੁੰਦੀ, ਤਾਏ ਨੂੰ ਹੁੰਦੀ ਹੈ। ਤਾਏ ਦਾ ਪੁੱਤ ਸ਼ਰੀਕਾ ਬਣਿਆ ਹੋਇਆ ਮੇਰਾ ਇਸ ਟਾਈਮ। ਅੱਛਾ ਤੂੰ ਗੱਲ ਕਿਉਂ ਨਹੀਂ ਕਰ ਰਿਹਾ ਕੋਈ? ਉਸਤਾਦ ਜੀ ਉਹ ਰਿਸ਼ਤੇ ਤੋਂ ਟੁੱਟਣੇ ਨਹੀਂ ਡਏ ਹੈਗੇ। ਮੈਂ ਤਾਂ ਇਹਨੂੰ ਕਹਿਣ ਲੱਗਾ ਸੀ ਹਸਪਤਾਲ ਗਿਆ ਵਾ, ਉੱਥੇ ਤਾਂ ਉਹਦੇ ਚਿੱਟੇ ਕੋਟ ਪਾ ਕੇ ਡਾਕਟਰ ਨੇ ਦੇਖ ਕੇ ਮੈਨੂੰ ਕਰਾਟੇ ਸਿਖਾ ਦਿਓ। ਅੱਛਾ ਮੈਂ ਹਿਸਾਬ ਲਾਇਆ ਇਹੋ ਜਿਹੇ ਬੰਦਾ ਤੇਜ਼ ਮਿਰਚ ਖਾ ਕੇ ਸਖੇ ਚਾਚੇ ਨੂੰ ਕਹੀ ਜਾਂਦੇ ਆ ਕੌਣ ਆ। ਅੱਛਾ ਇਹੋ ਜਿਹੀ ਏਦਾਂ ਦੇ ਬੰਦੇ ਅੱਛਾ ਤੇਰੇ ਕੋਲ ਸਟਾਈਲ ਨਾ ਹੋਵੇ ਖੁਦਾ ਦੀ ਕਸਮ ਹੈ। ਉਸਤਾਦ ਜੀ ਲਾਗੇ 50 ਰੁਪਏ ਦਾ ਕਾਰੀਗਰ ਨਹੀਂ ਹੈ। ਉਸਤਾਦ ਜੀ ਲਾਗੇ ਹੋ ਕੇ ਬੋਲਦਾ, ਇਹਦੇ ਮੂੰਹ ਚੋਂ ਜ਼ੰਗ ਦੀ ਬੋ ਹੁੰਦੀ। ਉਹ ਕੁਛ ਆਉਣ ਹੀ ਡਿਆ ਮਰੇ ਵੇਲਾ ਦਾ ਹੈਗਾ। ਅੱਛਾ ਇਮਲੀ ਮੈਂ ਸੁਣਿਆ ਤੇਰੀ ਜਿਹੜੀ ਸਾਡੀ ਭਾਬੀ ਹੈ ਭੈਣ, ਹਾਂਜੀ ਉਹਨੇ ਮਤਲਬ ਬੜਾ ਲੜ ਭਿੜ ਕੇ ਤੇ ਬੜਾ ਦੁਨੀਆ ਨਾਲ ਟੱਕਰ ਲੈ ਕੇ ਤੇਰੇ ਨਾਲ ਵਿਆਹ ਕਰਾਇਆ। ਉਸਤਾਦ ਜੀ ਦੁਨੀਆ ਨਾਲ ਕੀ, ਪੂਰੇ ਗਾਉਂ ਨਾਲ, ਘਰਦਿਆਂ ਨਾਲ, ਮਾਸ਼ਰੇ ਨਾਲ। ਸਾਡੀ ਸਟੋਰੀ ਲਵ ਸਟੋਰੀ ਸ਼ਾਦੀ ਆ ਮੇਰੀ ਤੇਰੀ। ਓਹੋ ਸਾਜੀ ਅੱਜ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਹਾਂ ਮੈਂ ਤੇ ਮੇਰੀ ਬੇਗਮ ਇਸ ਤਰ੍ਹਾਂ ਬੈਠੇ ਗੱਲਾਂ ਕਰਨ ਡਿਆ, ਤਾਂ ਉਹਨੇ ਮੈਨੂੰ ਕਹਿੰਦੀ ਨਹੀਂ ਮੁਬਾਸ ਇਮਲੀ ਯਾਰ ਪੂਰੀ ਗੱਲ ਕਰ ਲੈ ਤੋ ਯਾਰ ਇਮੋਸ਼ਨਲ ਕਿਸੇ ਦੀ ਨਹੀਂ ਮੁਬਾਸ ਇਮਲੀ। ਏਦਾਂ ਬੈਠੇ ਸੀ, ਅੱਛਾ, ਉਦੋਂ ਉਹ ਵੀ ਮੇਰੀ ਸ਼ਾਦੀ ਇਮਲੀ ਨਹੀਂ ਹੋਈ। ਸਾਜੀ ਮੈਂ ਤੁਹਾਨੂੰ ਦੱਸਣ ਲੱਗਾ ਨਾ, ਨਹੀਂ ਉਹ ਇਮਲੀ ਕਹਿੰਦੀ। ਉਹਨੂੰ ਪਤਾ ਸੀ ਕਿ ਮੇਰਾ ਨਾਮ ਇਮਲੀ ਆ। ਅੱਛਾ ਉਹ ਤੇਰੇ ਵੈਸੇ ਰਿਸ਼ਤੇਦਾਰ ਸੀ? ਰਿਸ਼ਤੇਦਾਰ ਸੀ, ਮੇਰੀ ਖਾਲਾ ਦੀ ਬੇਟੀ ਸੀ। ਸਕੀ ਦੀ? ਹਾਂਜੀ ਉਸਤਾਦ। ਅੱਛਾ ਵਾਹ, ਤੇ ਫਿਰ ਇਮਲੀ ਉਹਨੂੰ ਪਤਾ ਹੀ ਹੋਣਾ। ਇੱਕ ਦੂਸਰੇ ਨਾਲ ਅੱਖ ਮਟੱਕਾ ਉਦੋਂ ਸ਼ੁਰੂ ਹੋ ਗਿਆ ਸੀ ਜਦੋਂ ਸਾਡੇ ਘਰ ਵੈਸੇ ਹੀ ਮਿਲਣ ਗਿਲਣ ਲਈ ਆਏ ਸੀ। ਉਹਦੀਆਂ ਮੇਰੀਆਂ ਤੇ ਦੋਵਾਂ ਦੀਆਂ ਅੱਖਾਂ ਚੱਖਾਂ ਪਈਆਂ ਨਾ, ਤੇ ਉਹ ਮੈਨੂੰ ਜਾਂਦੀ ਜਾਂਦੀ ਦਰਵਾਜ਼ੇ 'ਚ ਕਹਿਣ ਲੱਗੀ ਮੈਂ ਤੇਰੇ ਤੇ ਰਹਿ ਗਈ, ਤੂੰ ਮੈਨੂੰ ਲਾਜ਼ਮੀ ਮਿਲਣਾ। ਫਿਰ ਮੈਂ ਲਾਜ਼ਮੀ ਮਿਲਣਾ ਮਤਲਬ ਯਾਨੀ ਕਿ ਮੈਨੂੰ ਬਾਹਰ ਇਸ਼ਾਰਾ ਕਰਾ ਕੇ ਗਈ ਕਿ ਉਧਰ ਘਰ ਆਈ ਸਾਡੇ। ਸਾਰਾ ਇਦਾਂ ਕਰਾ ਗਈ ਮੈਂ ਤੈਨੂੰ ਹੁਣ ਮਿਲਣਾ। ਉਹ ਫਿਟੇ ਮੂੰਹ ਠਹਿਰ ਤੇ ਜਾਓ ਯਾਰ, ਕੱਲ ਕਿਸੇ ਮੈਨੂੰ ਸਮਝ ਤੇ ਆ ਲੈ ਭੈਣ, ਇੱਕ ਹੁੰਦਾ ਕਿ ਬਈ ਮੈਂ ਹੁਣ ਤੇਰੇ ਨਾਲ ਲਾਜ਼ਮੀ ਵਿਆਹ ਕਰਾਉਣਾ, ਇਹ ਇੱਕ ਗੱਲ ਹੁੰਦੀ ਹੈ। ਹਾਂਜੀ ਇੱਕ ਸ਼ਰੀਫ ਘਰਾਂ ਦੀਆਂ ਕੁੜੀਆਂ ਲਈ ਦੱਸ ਰਿਹਾ, ਤੇਰਾ ਮੈਨੂੰ ਪਤਾ ਨਹੀਂ। ਇੱਕ ਮਿੰਟ ਗੱਲ ਸੁਣ, ਮਤਲਬ ਇੱਕ ਗੱਲ ਹੁੰਦੀ ਹੈ ਕਿ ਇੱਕ ਸ਼ਰੀਫ ਘਰ ਦੀ ਕੁੜੀ ਕਹਿੰਦੀ ਕਿ ਮਿਲਣਾ ਮੁਲਣਾ ਨਹੀਂ, ਕਿ ਮੈਂ ਹੁਣ ਤੇਰੇ ਨਾਲ ਹੀ ਵਿਆਹ ਕਰਾਉਣਾ। ਹਾਂਜੀ ਆਖਰੀ ਇਹ ਗੱਲ ਹੁੰਦੀ ਹੈ ਕਿ ਵੀ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ, ਤੂੰ ਆਪਣਾ ਰਿਸ਼ਤਾ। ਇਹ ਜਿਹੜਾ ਉਹਨੇ ਕਿਹਾ ਕਿ ਮੈਂ ਹੁਣ ਤੈਨੂੰ ਮਿਲਣਾ, ਇਹ ਕੀ ਉਹਦੀ ਵਜ੍ਹਾ ਸੁਣ ਲਓ। ਹਾਂ ਅਸਲ ਦੇ ਵਿੱਚ ਪਹਿਲੀ ਦਫਾ ਟੱਕਰਾ ਹੋਇਆ ਸੀ, ਮੈਂ ਅੱਜ ਕਰਕੇ ਖਾਲਾ ਦੀ ਕੁੜੀ ਨਾਲ ਪਹਿਲੀ ਦਫਾ ਟੱਕਰਾ। ਡਰਾਈਵਰ ਆਈ ਨਾ ਗੰਦੇ ਤੂੰ ਤੇ ਸਬਰ ਕਰ ਲੈ। ਉਸਤਾਦ ਜੀ ਡਰਾਈਵਰ ਆ, ਟੱਕਰਾ ਹੀ ਹੋਣਾ ਇਹਦੇ ਨਾਲ। ਉਹ ਨਹੀਂ
ਟਾਕਰਾ ਉਹ ਅੱਛਾ, ਸਾਰੀ ਠੀਕ। ਉਹ ਡਰਾਈਵਰ ਯਾਰ ਇਦਾਂ ਕਰੀਏ ਤੂੰ ਨੁੱਕਰ ਤੋਂ ਮੇਰੀ ਕਿਤਾਬ ਮਿਲ ਜਾਂਦੀ ਨਹੀਂ ਉਹ ਇਸ਼ਾਰਾ ਕਰ ਗਈ ਉਹ ਚਲੋ ਸਾਜੀ ਗੰਦੇ ਜ਼ਹਿਨ ਨਾਲ ਪਹਿਲੀ ਵਾਰੀ ਟੱਕਰਾ ਕਿਹਦਾ ਨਾ ਟੈਨਸ਼ਨ ਨੁੱਕਰ ਤੋਂ ਮੇਰੀ ਕਿਤਾਬ ਮਿਲ ਜਾਂਦੀ ਸਾਰੇ ਰੋਡ ਤੇ ਮੇਰੀ ਕਿਤਾਬ ਲੱਭ ਜਾਣੀ ਤੁਹਾਨੂੰ ਇਸ਼ਾਰੇ ਤੇ ਲੈ ਕੇ ਬੈਠਾ ਹੋਣਾ ਕੋਈ ਨਾ ਕੋਈ ਇਮਲੀ ਮਰੇ ਗੱਲ ਹੀ ਨਹੀਂ ਪੂਰੀ ਸੁਣਨ ਦਾ ਚੱਲ ਅੱਛਾ। ਟਾਕਰਾ ਪਤਾ ਕਿਦਾਂ ਕਿ ਹੈ ਸਾਡੀ ਉਹ ਮੇਰੀ ਖਾਲਾ ਦੀ ਬੇਟੀ ਸੀ ਲੇਕਿਨ ਸਾਡਾ ਨਾ ਮਿਲਣ ਵਰਤਨ ਨਹੀਂ ਸੀ ਲੜਾਈਆਂ ਝਗੜਿਆਂ ਦੀ ਵਜ੍ਹਾ ਤੋਂ ਉਧਰੋਂ ਉਹਨਾਂ ਦੇ ਬੱਚੇ ਵੀ ਜਵਾਨ ਹੋ ਗਏ ਉਧਰੋਂ ਅਸੀਂ ਆਪਣੀ ਮੰਮੀ ਪਾਪਾ ਦੇ ਬੱਚੇ ਜਵਾਨ ਹੋ ਗਏ ਚਲੋ ਜੀ ਠੀਕ ਆ ਯਾਰ ਸਟੋਰੀ ਨਾ ਦੱਸ ਥੰਬਨੇਲ ਦੱਸ ਦੇ ਬਸ ਉਹ ਯਾਰ ਖਬਰ ਮੰਮੀ ਪਾਪਾ ਤੇ ਸਾਜੀ ਉਹ ਨਾ ਇਦਾਂ ਮੁਲਾਕਾਤ ਹੋਈ ਤੇ ਉਹਨੇ ਨਾ ਜਦੋਂ ਮੈਂ ਐਂਟਰੀ ਮੇਰੀ ਅੰਦਰ ਹੋਈ ਤੇ ਉਹ ਦਰਵਾਜ਼ੇ ਚੋਂ ਬਾਹਰ ਆ ਰਿਹਾ ਤੇ ਮੈਂ ਉਹਦਾ ਦੇਖਿਆ ਉਹਨੇ ਮੇਰਾ ਦੇਖਿਆ ਤੇ ਨਾਲ ਹੀ ਪੜਨ ਲੱਗ ਬਹੁਤ ਪਈ ਅੱਖਾਂ ਚੱਖਾਂ ਜਕਦਾ ਪੈ ਗਈਆਂ ਸਾਡੀਆਂ ਨਹੀਂ ਤੂੰ ਇਦਾਂ ਨਹੀਂ ਸੀ ਉਦੋਂ ਵੀ ਯਾਰ ਤੁਸੀਂ ਕੀ ਤਕਲੀਫ ਆ ਤੁਹਾਨੂੰ ਯਾਰ ਉਹ ਪੜ ਬੈਠੀ ਸੀ ਉਹ ਓ ਯਾਰ ਸਾਜੀ ਜਿੰਨਾ ਚਿਕਰਾ ਜੂਝ ਮੁਗਣੋਂ ਦੀ ਕੌਮ ਨੇ ਨਾ ਚੁੱਪ ਹੋਣੀ ਆਪਣੀ ਸਟੋਰੀ ਨਹੀਂ ਮੁਕੰਮਲ ਹੋਈ ਅੱਛਾ ਯਾਰ ਤੂੰ ਅੰਦਰ ਗਿਆ ਤੇ ਉਹ ਇੰਜ ਇਧਰੋਂ ਤੇ ਇਧਰੋਂ ਤੂੰ ਤੇ ਅੱਖਾਂ ਚਾਰ ਪਿਆਰ ਹੋ ਗਿਆ ਯਾਨੀ ਕਿ ਅੱਖਾਂ ਅੱਖਾਂ 'ਚ ਪਿਆਰ ਹੋ ਗਿਆ ਉਸ ਇੰਨੀ ਟਾਈਮ ਛੇਤੀ? ਸਾਜੀ ਜਦੋਂ ਚਾਹਤ ਇਸ਼ਕ ਜਾਂ ਪਿਆਰ ਸੱਚਾ ਹੋਵੇ ਸਾਈ ਇੱਕ ਨਜ਼ਰ 'ਚ ਹੋ ਜਾਂਦਾ ਪਾਕ ਸਾਫ ਪਿਆਰ ਜਿਹੜਾ ਨਾ ਇੱਕ ਨਜ਼ਰ 'ਚ ਹੋ ਜਾਂਦਾ ਕੋਮੇ ਚ ਚਲ ਗਈ ਸੀ ਸਾਜੀ ਇਸ ਤਰ੍ਹਾਂ ਉਹ ਉਹਨੇ ਨਾ ਦਰਵਾਜ਼ੇ ਲਾ ਕੇ ਮੈਨੂੰ ਕਹਿਣਾ ਇੱਕ ਗੱਲ ਕਰਨ ਦਾ ਮਤਲਬ ਕੋਨੇ ਕਹਾ ਮੇਰੀ ਤੁਸੀਂ ਇਕੱਲਿਆਂ ਗੱਲ ਸੁਣਨੀ ਇਹ ਉਹਨੇ ਕਹਿ ਵੀ ਦਿੱਤਾ ਕਹਿ ਦਿੱਤਾ ਪੰਚ ਲਾਈਨ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀਆਂ ਸ਼ਰਮੋ ਜਾਂ ਵਾਲੀਆਂ ਬੱਚੀਆਂ ਹੁੰਦੀਆਂ ਨੇ ਹਾਂਜੀ। ਉਹ ਗੈਰ ਮਰਦ ਨੂੰ ਇਦਾਂ ਪਹਿਲੀ ਮੁਲਾਕਾਤ 'ਚ ਕਿੱਦਾਂ ਕਹਿੰਦੀਆਂ ਕਿ ਹੁਣ ਮੈਂ ਤੈਨੂੰ ਮਿਲਣਾ ਵੀ ਆ ਗੈਰ ਮਰਦ ਕੀ ਅਸੀਂ ਸਾਲਗਿਰਹ ਤੇ ਇਕੱਠੇ ਹੋਏ ਤੂੰ ਗੈਰ ਮਰਦ ਤੁਹਾਡੇ ਆ ਕਿ ਮੇਰੀ ਖਾਲਾ ਦੀ ਬੇਟਾ ਤੂੰ ਬੇਟੀ ਸੀ ਮਹਿਰਮ ਨਹੀਂ ਸਾ ਗੱਲ ਸੁਣ ਐਜ਼ ਅ ਮੁਸਲਮ ਗੱਲ ਕਰ ਰਿਹਾ ਤੂੰ ਮਹਿਰਮ ਨਹੀਂ ਸੀ ਪੈਂਦੀ ਸੱਟੇ ਇਸ ਤਰ੍ਹਾਂ ਕਹਿਤਾ ਕਿ ਉਸਤਾਦ ਜੀ ਦੇਖਿਆ ਇੱਕ ਦੂਸਰੇ ਦੇ ਅੱਖਾਂ ਚੱਖਾਂ ਹਾਂ ਮਿਲੀਆਂ। ਦੇਖਿਆ 2 3 4 ਸਕਿੰਟ 5 ਸਕਿੰਟ 10 ਸਕਿੰਟ ਦੇਖਿਆ 20 ਸਕਿੰਟ ਹਾਂ। ਉਸ ਤੋਂ ਬਾਅਦ ਉਹਨੇ ਤੈਨੂੰ ਇਹ ਵੀ ਕਹਿਤਾ ਕਿ ਮੈਂ ਤੈਨੂੰ ਮਿਲਾਂਗੀ ਤੇ ਉਹਨੇ ਇਹ ਵੀ ਕਹਿਤਾ ਇਹ ਨਹੀਂ ਕਿ ਉਹਨੇ ਮਿਲਾਂਗੀ ਹਾਂ। ਉਹਨੇ ਮੈਨੂੰ ਸਿਰਫ ਇੰਨਾ ਕਿਹਾ ਕਿ ਮੇਰੀ ਗੱਲ ਸੁਣਨਾ ਗੱਲ ਸੁਣ ਗੱਲ ਸੁਣਨਾ ਮੈਂ ਅੰਦਰ ਗਿਆ ਵਾਂ ਉੱਥੋਂ ਮੈਂ ਪਾਣੀ ਦੇ ਬਹਾਨੇ ਕਿਚਨ 'ਚ ਵੜਿਆ ਵਾਂ ਮੈਂ ਪਾਣੀ ਪੀਂਦਾ ਲਾ ਕੇ ਆਟਾ ਗੁੰਨਣ ਲਈ ਅੱਛਾ ਹਾਂ ਉੱਥੇ ਮੈਨੂੰ ਉਹਨੇ ਕਿਹਾ ਕਿ ਤੁਸੀਂ ਵੱਡੇ ਭਾਈ ਤੋਂ ਛੋਟੇ ਹੋ ਹਾਂ। ਜਿਹੜੀ ਮੇਰੀ ਖਾਲਾ ਦਾ ਵੱਡਾ ਬੇਟਾ ਉਹਨਾਂ ਤੋਂ ਛੋਟੇ ਤੁਸੀਂ ਹੋ ਤੇ ਮੈਂ ਅੱਗੇ ਮੁਸਕਰਾ ਕੇ ਕਿਹਾ ਜੀ ਤੇ ਅੱਛਾ ਉਹਨੇ ਉਈ ਅੱਜ ਗੱਲ ਕੀ ਪੈਣ ਲੱਗੀ ਨਹੀਂ ਅੱਛਾ ਫੇਰ ਉਹਨੇ ਕਿਹਾ ਤੁਸੀਂ ਨਾ ਵੱਡੇ ਭਾਈ ਤੋਂ ਛੋਟੇ ਭਾਈ ਹੋ ਮੈਂ ਕਿਹਾ ਜੀ ਕਹਿੰਦੀ ਨਹੀਂ ਮੁਬਾਸ ਤੁਹਾਡਾ ਨਾਮ ਆ? ਹਾਏ ਮੈਂ ਕਿਹਾ ਹਾਂਜੀ ਨਹੀਂ ਮੁਬਾਸ ਮੈਂ ਵੀ ਹੱਸੀ ਜਾਵਾਂ ਥੋੜਾ ਥੋੜਾ ਉਹ ਵੀ ਮੂੰਹ ਚ ਹੱਸੀ ਜਾਵੇ ਤੇ ਮੁੜ ਕੇ ਮੈਂ ਕਿਹਾ ਤੁਸੀਂ ਕੌਣ ਹੋ ਤੇ ਕਹਿੰਦੇ ਤੁਹਾਡੇ ਜਿਹੜੀ ਅੰਮੀ ਨਹੀਂ ਉੱਥੇ ਜਿਹੜੇ ਰਹਿੰਦੇ 105 ਵੰਗਿਆਂ ਚ ਮੈਂ ਉਹਨਾਂ ਅੱਛਾ ਦੀ ਤੇਰੀ ਖਾਲਾ ਦੀ ਕੁੜੀ ਤੇ ਤੈਨੂੰ ਇਹ ਨਹੀਂ ਪਤਾ ਵੀ ਤੂੰ ਉਹਨੂੰ ਪੁੱਛ ਰਿਹਾ ਸਾਜੀ ਸੁਹਾਗ ਮਿਲੇ ਹੀ ਨਹੀਂ ਕਹਿੰਦਾ ਕਦੀ ਉਹ ਰੱਬਾ ਓਏ ਮੇਰੇ ਮੈਨੂੰ ਮਾਫੀ ਦੇ ਦੇ ਓਏ ਨੈਸ਼ਾ ਐਡਾ ਅਰਜੇ ਤੇਰੀ ਸਾਡੀ ਖਾਲਾ ਦੀ ਕੁੜੀ ਤੇ ਤੈਨੂੰ ਪੁੱਛਣਿਆ ਤੁਸੀਂ ਕੌਣ ਹੋ ਮੇਰੀ ਗੱਲ ਤਾਂ ਸੁਣ ਮੈਂ ਵੀ ਫਸਟ ਟਾਈਮ ਦੇਖੀ ਹੈ ਨਾ ਮੇਰੀ ਵੀ ਤਾਂ ਮੈਂ ਤੁਹਾਨੂੰ ਦੱਸਣ ਡਿਆ ਨਾ ਫਸਟ ਟਾਈਮ ਸੁਲਾ ਹੋਈ ਆ ਫਸਟ ਟਾਈਮ ਮੁਲਾਕਾਤ ਹੋਈ ਸੀ ਓਏ ਬਚਪਨ ਯਾਰ ਸੁਲਾ ਭਾਵੇਂ ਹੋਈ ਪਰ ਇਹ ਤਾਂ ਪਤਾ ਨਾ ਮੇਰੀ ਖਾਲਾ ਦਾ ਘਰ ਆ ਮੇਰੀ ਖਾਲਾ ਦੀ ਉਹ ਨਹੀਂ ਸੀ ਆਣ ਜਾਣ ਮਿਲੀ ਸੀ ਯਾਰ ਅੱਛਾ ਜੀ ਇਹ ਤੇ ਤੂੰ ਹੁਣ ਚਵਲਾ ਮਾਰਨ ਨੇ ਸਾਜੀ ਉਹ ਤੂੰ ਫਿਲਮ ਉੱਤੇ ਦਾ ਝੂਠ ਬੋਲੇ ਉਹ ਤੇਰੀ ਗੱਲ ਤੇ ਹੀ ਪਤਾ ਨਹੀਂ ਕੀ ਜਿੱਥੇ ਪੰਚ ਲੈਣ ਸੀ ਉੱਥੇ ਹੀ ਗੱਲ ਘੁੱਟ ਗਿਆ ਕਹਿੰਦਾ ਉਹ- ਐਵੇਂ ਗੱਲ ਘੁੱਟ ਗਿਆ ਅੱਛਾ ਜੀ ਅੱਛਾ ਉਹਨੇ ਅੱਗੋਂ ਤੈਨੂੰ ਤਾਰਫ ਕੀ ਕਰਾਇਆ ਤਾਰਫ ਉਹਨੇ ਉਹਨੇ ਕਿਹਾ ਜਿਹੜੀ ਤੁਹਾਡੀ ਉਹ ਫਲਾਣੀ ਕਿਹੜੀ ਉਹਨੇ ਕਿਹਾ ਜਿਹੜੀ ਤੁਹਾਡੀ ਖਾਲਾ ਨਹੀਂ ਰਹਿੰਦੀ ਤੇਰੀ ਅੰਮੀ ਦੀ ਭੈਣ ਜਿਹੜੀ ਰਹਿੰਦੀ ਆ ਮੈਂ ਉਹਦੀ ਬੇਟੀ ਆ ਮੈਂ ਕਿਹਾ ਅੱਛਾ ਅੱਛਾ ਕਿਉਂਕਿ ਸਾਡੇ ਘਰ ਅੱਛਾ ਜਦੋਂ ਤੁਹਾਡਾ ਉਹਦੇ ਨਾਲ ਬੋਲ ਚਾਲ ਨਹੀਂ ਸੀ ਆਉਣ ਜਾਣ ਨਹੀਂ ਸੀ ਇੰਨਾ ਵੀ ਨਹੀਂ ਪਤਾ ਉਹ ਕੌਣ ਆ ਤੂੰ ਉਹਨਾਂ ਦੇ ਘਰ ਕੀ ਅੰਬ ਲੈਣ ਗਿਆ ਕੌਣ ਮੈਂ ਉਹ ਤਾਂ ਦੱਸਣ ਲੱਗਾ ਗਿਆ ਕਿਉਂ ਤੂੰ ਕਿੱਦਾਂ ਗਿਆ? ਬਾਅਦ ਚ ਗਿਆ ਵਾਂ ਤੈਨੂੰ ਮੈਂ ਵੜਨ ਕਿੱਦਾਂ ਦਿੱਤਾ ਉਹਨਾਂ ਨੇ ਉਸਤਾਦੇ ਮੁਖਤਰਮ ਬਾਅਦ ਚ ਗਿਆ ਵਾਂ ਨਹੀਂ, ਉਹ ਤੂੰ ਆਟਾ ਗੁੰਨਣ ਦਈ ਸੀ ਹਾਂ ਕਿਚਨ ਸਾਡੇ ਘਰ ਆਈ ਸੀ ਉਹ ਉੱਥੇ ਇਹ ਤੂੰ ਗੱਲਬਾਤ ਤੂੰ ਇਹਦੀ ਗੱਲ ਕੀ ਮੈਂ ਉਹਦੇ ਘਰ ਗਿਆ ਓਏ ਇੰਗਲੀ ਮੇਰੀ ਗੱਲ ਸੁਣ ਤਾਂ ਆਪ ਰਿਕਾਰਡਿੰਗ ਹੋ ਰਹੀ ਹੈ ਤੂੰ ਇੱਕ ਵਾਰੀ ਵੀ ਕਿਹਾ ਹੋਵੇ ਨਾ ਕਿ ਸਾਡੇ ਘਰ ਆਈ ਸੀ ਜੋ ਕਹਿੰਦੇ ਨਾ ਉਸਤਾਦ ਜੀ ਮੈਂ ਝੂਠ ਬੋਲਾਂ ਮੈਂ ਤਾਂ ਮਰੇ ਦਾ ਮੂੰਹ ਦੇਖਾਂ ਤੁਸੀਂ ਪੂਰੀ ਗੱਲ ਹੀ ਨਹੀਂ ਸੁਣਨ ਡਏ ਹੈਗੇ ਮੇਰੇ ਤੂੰ ਮਾਰ ਪਰੇ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਘਰ ਆਈ ਸੀ ਅੱਛਾ, ਉੱਥੇ ਪਹਿਲੇ ਮੁਲਾਕਾਤ ਹੋਈ ਸੁਣ ਲੈ ਪਹਿਲੇ ਉਹ ਤੁਹਾਡੇ ਘਰ ਆਈ ਸੀ ਹਾਂਜੀ, ਪਹਿਲੇ ਤੁਹਾਡੇ ਸਾਡੇ ਘਰ ਆ ਕੇ ਉਹਨੇ ਤੁਹਾਡਾ ਆਟਾ ਗੁੰਨਿਆ ਉਸਤਾਦ ਜੀ ਘਰ ਦੇ ਸ਼ਰੀਫ ਬੱਚੀਆਂ ਘਰ ਦੇ ਕੰਮ ਕਰਾਉਂਦੀਆਂ ਆਣ ਕੇ ਦੱਸਣਾ ਨਹੀਂ ਕਿ ਮੈਂ ਘਰ ਦੇ ਕੰਮ ਕਰ ਸ਼ਾਦੀ ਇੱਕ ਜ਼ੇਨ ਹੁਸਨਾ ਉਹਦਾ ਅੱਛਾ ਤੂੰ ਆਪਣੇ ਘਰ ਆਇਆ ਤੂੰ ਦੇਖਿਆ ਕਿ ਇਹ ਲੂਰੀ ਨਵੀਂ ਹਾਂ ਇਹ ਰੈਗੂਲਰ ਤੇ ਹੈ ਹੀ ਨਹੀਂ ਹਾਂ ਸਾਜੀ ਪਹਿਲੇ ਵੀ ਲੜਾਈ ਤਦੀ ਹੋਈ ਸੀ ਇਹ ਕੰਮ ਬਹੁਤ ਉਸਤਾਦ ਜੀ ਤੁਸੀਂ ਅਗਲੀ ਗੱਲ ਬੜੀ ਮਜ਼ੇਦਾਰ ਆ ਯਾਰ ਯਕੀਨ ਤੂੰ ਕਰੋ, ਸਿਰਫ ਇਹ ਦੱਸ ਕਸਮ ਕੇ ਸੇ ਅੱਛਾ ਜੀ ਉਹ ਕੀ ਕਹਿੰਦੀ ਬੇਟੀ ਕਿਹਦੀ ਬੇਟੀ ਹੈ ਲਾਰੇ ਭਾਈ ਪਤਾ ਕੀ ਚੱਕਰ ਵਾ? ਉਹ ਦੱਸ ਗੱਲ ਨਹੀਂ ਪੂਰੀ ਸੁਣਨ ਦਾ ਤੁਸੀਂ ਚੰਦਰਪਾਲ ਜੀ ਮੌਲਿਆ ਚੰਦਰਪਾਲ ਉਹ ਜੇ ਵਰਦ ਨੇ ਉਹ ਦੱਸ ਕੇ ਉਹਨੇ ਤੂੰ ਯਾਰ ਗੱਲ ਤੁਸੀਂ- ਉਤਰਨਾ। ਪਤਾ ਕੀ ਆ ਇਹ ਮੇਰੀ ਉਹਦੀ ਗੱਲ ਹੋ ਰਹੀ ਨਾ ਮੈਂ ਉਹਦੇ ਕੋਲ ਪੁੱਛ ਤੁਹਾਡੇ ਸਾਰੇ ਦੇ ਸਵਾਲ ਮੈਂ ਕਰ ਰਿਹਾ ਤੁਹਾਨੂੰ ਗੱਲ ਕਲੀਅਰ ਹੋਏਗੀ ਮੁਸ਼ਕਲ ਵਾ ਤੁਹਾਡੇ ਤੋਤੇ ਚੁੱਪ ਕਰਨਗੇ ਤੇ ਗੱਲ ਪੂਰੀ ਠਹਿਰ ਹੋਣੀ ਜਾ ਇੱਕ ਮਿੰਟ। ਹੈ ਅੱਛਾ ਮੇਰੀ ਗੱਲ ਸੁਣ ਪਹਿਲੇ ਮੈਨੂੰ ਕਨਸੈਪਟ ਕਲੀਅਰ ਕਰਾ ਪਹਿਲੇ ਉਹ ਤੁਹਾਡੇ ਘਰ ਆਈ ਕਿ ਤੂੰ ਉਧਰ ਗਿਆ ਉਸਤਾਦ ਜੀ ਫਸਟ ਟਾਈਮ ਉਹ ਸਾਡੇ ਘਰ ਆਏ ਫਸਟ ਟਾਈਮ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਫਸਟ ਟਾਈਮ ਹੀ ਉਹ ਆਟਾ ਗੁੰਨਣ ਲੱਗ ਪਈ ਉਹਨਾਂ ਨੇ ਘਰ ਆਣ ਕੇ ਜਾਣੀ ਕਿ ਉਹ ਦਿਹਾਤੀ ਆ ਗਾਉਂ ਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਫੈਸ਼ਨ ਕਰਨੇ ਜਾਂ ਇਹ ਯਾਨੀ ਘਰ ਦੇ ਜਿੱਦਾਂ ਘਰੇਲੂ ਘਰ ਕੰਮ ਵਾਲੀਆਂ ਕਰਦੇ ਧੀਆਂ ਭੈਣਾਂ ਧੀਆਂ ਕੰਮ ਕਰਾਉਣ ਲੱਗ ਪਈ ਉਹ ਆਟਾ ਗੁੰਨਣ ਲੱਗ ਪਈ ਹਾਂ। ਅੱਛਾ ਤੈਨੂੰ ਜਿਹੜਾ ਉਹਨੇ ਕਿਹਾ ਕਿ ਇੱਕ ਮਿੰਟ ਇੱਧਰ ਆ ਇਹ ਤੁਹਾਡੇ ਘਰ ਕਿਹਾ ਕਿ ਤੂੰ ਉਧਰ ਜਦੋਂ ਗਿਆ ਉਦੋਂ ਗਿਆ ਉਹਨੇ ਜਦੋਂ ਮੰਜੀ ਦੇ ਲਾਗਾ ਕੋਲੋਂ ਗੁਜ਼ਰੇ ਨਾ ਮੰਜੀ ਮੇਰੇ- ਕਿਹਦੇ ਘਰ ਦੀ ਸੀ ਸਾਡੇ ਘਰ ਦੀ ਹਾਂ ਇਹ ਦੱਸ ਨਾ ਮੇਰੇ ਵਾਲਦ ਸਾਹਿਬ ਮੰਜੀ ਤੇ ਬੈਠੇ ਸੀ
ਉਹਨਾਂ ਨੂੰ ਪਾਣੀ ਫੜਾਉਣ ਦੇ ਬਹਾਨੇ ਆਏ ਆ। ਮੈਂ ਉਧਰੋਂ ਕਮਰੇ 'ਚੋਂ ਆਪਣੇ ਗਲੀ ਦੇ ਵਿੱਚੋਂ ਕਮਰੇ 'ਚ ਆਪਣੇ ਕਮਰੇ 'ਚ ਵੜਿਆ ਵਾ। ਉਹਨੇ ਮੇਰੇ ਵੱਲ ਦੇਖਿਆ ਵਾ, ਉਦੋਂ ਉਹਨੇ ਕਿਹਾ ਪਹਿਲਾਂ ਮੇਰੇ ਵੱਲ ਦੇਖਿਆ, ਦੇਖ ਕੇ ਮੈਂ ਵੀ ਮੁਸਕਰਾਇਆ, ਉਹ ਵੀ ਮੁਸਕਰਾਈ। ਤੇ ਫਿਰ ਉਹਨੇ ਕਿਹਾ ਮੇਰੀ ਇੱਕ ਇਹ ਤੁਹਾਡੇ ਘਰ ਸਾਡੇ ਘਰ। ਫਿਰ ਉਹਨੇ ਕਿਹਾ ਮੇਰੀ ਗੱਲ ਸੁਣੋ। ਹਾਂਜੀ ਤੇ ਫਿਰ ਜਦੋਂ ਉਹਨੇ ਗੱਲ ਸੁਣੀ ਤੇ ਉਦੋਂ ਉਹਨੇ ਤੈਨੂੰ ਉੱਥੇ ਕਿਹਾ ਕਿ ਤੁਸੀਂ ਨਹੀਂ ਮੁਬਾਸ ਹੋ। ਹਾਂ, ਫਿਰ ਮੈਂ ਫਲਾਣੇ ਉਹਨੂੰ ਤੋਂ ਵੱਡੇ ਪੁੱਛਿਆ, ਛੋਟੇ। ਹਾਂਜੀ, ਤੇ ਮੈਂ ਉਹਨੂੰ ਪੁੱਛਿਆ ਤੁਸੀਂ ਕੌਣ ਹੋ? ਉਹਨੇ ਕਿਹਾ ਮੈਂ ਤੁਹਾਡੀ ਖਾਲਾ ਦੀ ਬੇਟੀ ਏਦਾਂ ਇਸ ਤਰ੍ਹਾਂ। ਫਿਰ ਉਹਨੇ ਕਿਹਾ ਉੱਥੋਂ ਜਿਹਦੇ ਨਾਲ ਤੁਹਾਡੀ ਬੋਲ ਚਾਲ ਨਹੀਂ ਸੀ। ਹਾਂਜੀ। ਅੱਛਾ ਫਿਰ ਮੈਂ ਕਿਹਾ ਤੁਸੀਂ ਖੈਰ ਨਾ ਆਏ ਆ? ਤੇ ਕਹਿੰਦੀ ਅੰਮੀ ਹੁਣਾਂ ਨੇ ਕਿਹਾ ਸੀ ਕਿ ਇੱਥੇ ਕਿਸੇ ਕੋ ਕੰਮ ਹੈ, ਦਵਾਈ ਲੈਣੀ ਸੀ ਕਿਸੇ ਡਾਕਟਰ ਕੋ, ਤੇ ਤੁਸੀਂ ਫੈਸਲਾਬਾਦ ਆ ਜਿਓ ਦਵਾਈ ਲੈਣ। ਉੱਥੋਂ ਉਹਨਾਂ ਨੇ ਮੇਰੀ ਗੱਲਬਾਤ ਤੇ ਮੈਨੂੰ ਕਹਿੰਦੀ ਤੁਸੀਂ ਅਗਰ ਸਾਡੇ ਗਾਉਂ ਦਾ ਐਡਰੈਸ ਲੈ ਲਓ, ਤੁਸੀਂ ਵੀ ਆ ਜਾਈਓ। ਕਿੱਥੇ ਦੇ ਸੋਹਰੇ ਤੇਰੇ? ਹਾਂ, ਇੱਥੇ ਮੰਡੀ ਕੁਆਟਰ ਵਾਲੀ ਸਾਈਡ। ਯਾਰ ਕੋਲ ਕਾਫ ਦੇ ਤੈਨੂੰ ਗੱਲ ਨਹੀਂ ਪੂਰੀ ਹੋਣ ਦੇ ਸਹੁਰੇ ਤਾਂ ਦੱਸ ਬਾਬੇ ਦੇ ਆ ਯਾਰ। ਸਾਡੀ ਮੈਂ ਨਾ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੇਰਾ ਤੇ ਜ਼ੇਨ ਬਣ ਗਿਆ ਮੇਰਾ ਵੀ ਕਿ ਮੈਂ ਕਿਹਾ ਯਾਰ ਜਾਣਾ ਤਾਂ ਚਾਹੀਦਾ। ਤੇ ਉਸ ਟਾਈਮ ਉਸ ਦੌਰ ਦੇ ਵਿੱਚ ਮੈਂ ਕ੍ਰਿਕਟ ਬਹੁਤ ਅੱਛੀ ਖੇਲਦਾ ਸੀ। ਚਲੋ ਅੱਛੀ ਨਾਲ ਝੂਠ ਟਰੋਜ਼ਰ ਸ਼ਰਟ ਲੈ ਪਾਇਆ, ਕਿਟ ਕੁੱਟ ਕੀਤੀ ਤੇ ਮੈਂ ਸਵੇਰ ਫਸਟ ਟਾਈਮ ਹੀ ਨਿਕਲ ਗਿਆ ਜੜਾਂ ਵਾਲੇ ਰੋਡ ਤੇ। ਇੱਥੋਂ ਮੈਂ ਬੱਸ 'ਚ ਬੈਠਾ, ਜਿਹੜਾ ਉਹਨੇ ਮੈਨੂੰ ਐਡਰੈਸ ਦੱਸਿਆ ਸੀ। ਅੱਛਾ ਤੂੰ ਇਹ ਦੱਸ ਕੇ ਮੈਂ ਉੱਥੇ ਚਲਾ ਗਿਆ ਵੀ ਪਹੁੰਚ ਜੜਾਂ ਵਾਲੇ ਰੋਡ ਦਾ ਮੇਰਾ ਕੀ ਤਲਕ ਆ? ਨਹੀਂ ਤੂੰ ਬੱਸ 'ਚ ਕ੍ਰਿਕਟ ਦਾ ਕੀ ਤਲਕ ਆ ਇਹਦੇ ਉਹ ਨਾਲ? ਯਾਰ ਸਬਰ ਕਰ ਲੋ ਯਾਰ, ਕੀ ਮਸਲਾ? ਮੈਂ ਉਸਤਾਦ ਜੀ ਉੱਥੇ ਉਹਨਾਂ ਦੇ ਘਰ ਗਿਆ ਤੇ ਜਾ ਕੇ ਨਾ ਮੈਂ ਹੁਣ ਤੂੰ ਜ਼ਿੰਦਗੀ 'ਚ ਪਹਿਲੀ ਵਾਰੀ ਉਹਨਾਂ ਦੇ ਘਰ ਪਹਿਲੀ ਦਫਾ ਗਿਆ ਤੇ ਮੈਨੂੰ ਐਡਰੈਸ ਦੱਸਿਆ ਸੀ ਕਿ ਇਦਾਂ ਮਨਾਰ ਵਾਲੀ ਮਸਜਿਦ ਹੋਏਗੀ। ਅੱਛਾ ਚੱਲ ਸਾਨੂੰ ਬੰਦਾ ਦੱਸ ਓਕੇ ਠੀਕ ਉੱਥੋਂ ਆ। ਜਿਹਨੂੰ ਮਰਜ਼ੀ ਕਿਸ ਪੁੱਛ ਟਾਈਮ ਮੈਂ ਇੱਥੋਂ ਕੋ ਚੋਰੀ ਸ਼ਿਆ ਕਰ ਲਾ, ਮੈਨੂੰ ਲੱਭ ਤਾਂ ਸਕੋਗੇ ਨਾ। ਅੱਛਾ ਉਸਤਾਦ ਜੀ ਮੈਂ ਉੱਥੇ ਕਹਿੰਦਾ ਮਨਾਰ ਵਾਲੀ ਮਸਜਿਦ ਕੋ ਜਾ ਕੇ ਜਿਹਨੂੰ ਮਰਜ਼ੀ ਪੁੱਛ। ਇੱਥੇ ਇਮਲੀ ਦੀ ਮੰਗੇਤਰ ਦਾ ਘਰ ਕਿੱਥੇ? ਮਰੇ ਉਹਦਾ ਛੋਟਿਆ ਭਰਾਵਾ ਫਿਟੇ ਮੇ ਤੇਰੇ। ਯਾਰ ਜਦੋਂ ਉਹਨੇ ਕਿਹਾ ਅੱਛਾ ਕਹਿ ਦੇ ਯਾਰ। ਅੱਛਾ ਉਸਤਾਦ ਜੀ ਮੈਂ ਉਹਨਾਂ ਦੇ ਘਰ ਗਿਆ ਤੇ ਉਹਨਾਂ ਨੇ ਉਹਦੀ ਵਾਲਦਾ ਨੂੰ, ਮੈਂ ਆਪਣੀ ਖਾਲਾ ਨੂੰ ਮਿਲਿਆ। ਕਹਿੰਦੀ ਬੇਟਾ ਖੈਰ ਨਾ ਆਇਆ? ਮੈਂ ਕਿਹਾ ਆਂਟੀ ਇੱਥੇ ਕ੍ਰਿਕਟ ਖੇਡਣ ਆਏ ਸੀ ਤੇ ਉਹ ਮੈਚ ਖੇਡ ਕੇ ਦੋਸਤ ਚਲੇ ਗਏ ਤੇ ਮੇਰੇ ਜ਼ਿਹਨ 'ਚ ਤੁਹਾਡਾ ਘਰ ਸੀ ਤੇ ਮੈਂ ਕਿਹਾ ਚਲੋ ਨਾਲੇ ਖਾਲਾ ਨੂੰ ਮਿਲ ਕੇ ਜਾਣਾ ਵਾ ਤੇ ਨਾਲੇ ਮੈਂ ਘਰ ਦੇਖਣ ਆਇਆ ਸੀ। ਅਸੀਂ ਬੈਠੇ ਤੇ ਉਹਨਾਂ ਦੇ ਘਰ ਨਾ ਉਹਨੇ ਸੇਵੀਆਂ ਪਕਾਈਆਂ, ਦੁਪਹਿਰ ਦਾ ਟਾਈਮ ਤੇ ਮੈਚ ਨਹੀਂ ਖੇਡਿਆ? ਸੇਵੀਆਂ ਸੂਵੀਆਂ ਖਾਦੇ ਉਸਤਾਦ ਜੀ ਇੰਜ ਕਰਕੇ ਉਹ ਸੇਵੀਆਂ ਪਕਾ ਰਹੀ ਤੇ ਮੈਂ ਨਾ ਦਰਵਾਜ਼ੇ ਵਾਲੀ ਸਾਈਡ ਤੇ ਬੈਠਾ ਤੇ ਮੈਂ ਦੋ ਕੁ ਵਾਰੀ ਇੰਜ ਕਰਕੇ ਦੇਖਿਆ। ਹਾਂ, ਤੇ ਮੈਂ ਨਾਲ ਇੰਜ ਉਹਨੂੰ ਜ਼ਲੀਲ ਕੋ ਤੇ ਪਿੱਛੇ ਤਾਇਆ ਬੈਠਾ ਉਹ ਤੇ ਜਵਾਨ। ਉਸ ਤੋਂ ਬਾਅਦ ਉਹ ਜਦੋਂ ਨਾ ਦੇਣ ਆਈ ਨਾ ਸੇਵੀਆਂ ਤੇ ਉਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਹਾਡੇ ਇੱਥੇ ਕੋਈ ਫੋਨ ਨੰਬਰ ਵਗੈਰਾ ਨਹੀਂ ਹੈਗਾ ਤਾਂ ਤੁਹਾਡੇ ਨਾਲ ਗੱਲ ਕਰਨੀ ਹੋਵੇ। ਉਦੋਂ ਤੇਰੀ ਉਮਰ ਕਿੰਨੀ ਕੁ ਸੀ? ਉਦੋਂ ਉਸਤਾਦ ਜੀ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ 20 ਸਾਲ ਐ ਸੀ? ਹਾਂਜੀ ਇੰਨੀ ਕੁ ਹੈ। ਹੁਣ 22 ਸਾਲ ਆ, ਹੁਣ 36 ਕੁ ਸਾਲ ਹੋਣੀ। ਅੱਛਾ ਯਾਨੀ ਕੋਈ 12-14 ਸਾਲ ਪੁਰਾਣੀ ਗੱਲ। ਅੱਛਾ ਉਸਤਾਦ ਜੀ ਉਹਨੇ ਨਾ ਕਹਿੰਦੇ ਸਾਡੇ ਮੋਬਾਈਲ ਨਹੀਂ, ਸਾਡੇ ਨੁੱਕਰ ਵਾਲੇ ਦੇ ਘਰ ਨਾ PTCL ਦਾ ਫੋਨ ਆ, ਉਹਨਾਂ ਦੇ ਘਰ ਹੀ ਸਾਰੇ ਲੋਕੀ ਫੋਨ ਸੁਣਨ ਜਾਂਦੇ। ਪਿੰਡ ਥਾਂ ਸੀ ਨਾ, ਮੈਂ ਉਹਨਾਂ ਦਾ ਨੰਬਰ ਲੈ ਕੇ ਤੇ ਚਲਾ ਗਿਆ। ਅੱਛਾ ਉਸਤਾਦ ਜੀ ਮੈਂ ਉਹਦਾ ਫੋਨ ਕੀਤਾ ਤੇ ਪਹਿਲੇ ਭਰਾ ਗੰਜੇ ਨੇ ਚੁੱਕਿਆ। ਚੁੱਪ ਕਰੇਗਾ ਕਿ ਨਹੀਂ? ਨਹੀਂ ਜਦੋਂ ਤੁਹਾਨੂੰ ਕਿਹਾ ਉਹਨੇ ਤੈਨੂੰ ਕਿਹਾ ਵੀ ਉੱਥੇ ਹਾਂ ਕਹਿੰਦੇ ਤੁਸੀਂ, ਮੈਂ ਕਿਹਾ ਉਹਨਾਂ ਦੇ ਘਰ ਫੋਨ ਕਰਾਂਗਾ ਤਾਂ ਮੈਂ ਕਿਸ ਤਰ੍ਹਾਂ? ਕਹਿੰਦੇ ਤੂੰ ਸਿਰਫ ਫੋਨ ਕਰਕੇ ਇਹ ਕਹਿ ਦੇਣਾ ਵਾ ਕਿ ਗੁਰਸ਼ੈਦ ਸ਼ੈਦੀ ਦੇ ਘਰੋਂ ਕਿਸੇ ਨੂੰ ਬੁਲਾ ਲਿਓ। ਉਹਦੇ ਪਾਪਾ ਦਾ ਨਾਮ ਸੀ ਗੁਰਸ਼ੈਦ ਅਲੀ। ਓਕੇ ਤੇ ਮੈਂ ਫੋਨ ਇੱਥੋਂ ਕੀਤਾ, ਸ਼ਾਇਦ ਨਹੀਂ ਖੁਰਸ਼ੀਦ। ਖੁਰਸ਼ੀਦ। ਮੈਂ ਇੱਥੋਂ ਫੋਨ ਕੀਤਾ ਤੇ ਉਹਨੇ ਜਾ ਕੇ ਦੱਸਿਆ ਤੇ ਫੋਨ ਸੁਣਨ ਨੂੰ ਆਪ ਆਈ। ਹਾਂ ਤੇ ਇਸ ਤਰ੍ਹਾਂ ਚੱਲਦਾ ਰਿਹਾ ਸਿਲਸਿਲਾ। ਮੁੜ ਕੇ ਯਕਦਮ ਨਾ ਸਾਡੀ ਮੰਗਣੀ ਦਾ ਜ਼ੇਨ ਬਣ ਗਿਆ ਘਰ ਦਾ। ਮੈਂ ਯਕਦਮ ਇਹ ਕਿ ਮੈਂ ਆਪਣੇ ਘਰ ਕਹਿਤਾ, ਮੈਂ ਕਿਹਾ ਮੇਰੀ ਮੰਗਣੀ ਉਧਰ ਕਰ ਦੇ, ਸ਼ਾਦੀ ਕਰ ਦੇ। ਉਹਨੇ ਵੀ ਕਹਿਤਾ? ਉਹਨੇ ਵੀ ਕਹਿਤਾ। ਉਹ ਵਿੱਚ ਕੋਈ ਸਟੋਰੀ ਐਸੀ ਚੱਲ ਪਈ, ਫਿਰ ਲੜਾਈਆਂ ਝਗੜੇ ਸ਼ੁਰੂ ਹੋ ਗਏ। ਓਕੇ ਉਹ ਟੁੱਟ ਗਈ ਉਹ ਯਾਨੀ ਕਿ ਸਿਸਟਮ ਆਣ ਜਾਣ ਬੰਦ ਹੋ ਗਿਆ। ਤੇ ਇਧਰੋਂ ਉਸਤਾਦ ਜੀ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਦਾੜੀ ਵਧਾ ਲਈ, ਬੁਰੇ ਹਾਲ ਮੇਰੇ, ਪਰੇਸ਼ਾਨੀ। ਫਿਰ ਤੁਹਾਨੂੰ ਪਤਾ ਪਿਆਰ ਤਾਂ ਪਿਆਰ ਹੀ ਹੁੰਦਾ ਨਾ ਉਸਤਾਦ ਜੀ, ਸੱਚੀ ਮੁੱਚੀ ਪਿਆਰ ਸੱਚਾ ਸੀ ਬਈ, ਇੱਕ ਦੂਸਰੇ ਨਾਲ ਸੱਚੀ ਮੁੱਚੀ ਪਿਆਰ ਕਰਦੇ। ਸਹੀ ਗੱਲ। ਉਸਤਾਦ ਜੀ ਕੁਛ ਦਿਨ ਗੁਜ਼ਰੇ ਐਵੇਂ 3-4 ਸਾਲ ਗੁਜ਼ਰੇ ਆ ਤੇ ਵਿੱਚ ਕੋਈ ਤੁਹਾਡੇ ਵਰਗਾ ਅੱਲਾ ਬੰਦਾ ਵਿੱਚ ਪੈ ਗਿਆ ਜਿਹਨੇ ਮਿਹਰਬਾਨੀ ਕਰਾਤੀ, ਸੁਲਾ ਕਰਾਤੀ। ਉਹ ਸੁਲਾ ਦੇ ਦੌਰਾਨ ਫਿਰ ਮੈਂ ਅੱਗੇ ਪਹਿਲਾਂ ਮੈਂ ਆਪਣੇ ਘਰ ਕਿਸੇ ਹੋਰ ਨੂੰ ਕਹਿਣਾ ਸੀ ਸ਼ਾਦੀ ਦਾ, ਫਿਰ ਮੈਂ ਆਪਣੀ ਭਰਜਾਈ ਨੂੰ ਕਿਹਾ, ਮੈਂ ਕਿਹਾ ਮੇਰਾ ਵੀ ਨਾ ਇੱਧਰ ਟਾਂਕਾ ਫਿੱਟ ਕਰੋ, ਓਕੇ ਕਰਾਓ। ਫਿਰ ਉਹਨੇ ਇੱਥੇ ਸੱਦਿਆ ਸਾਡੇ ਘਰ, ਮੇਰੇ ਭਾਈ ਵੱਡੇ ਦੇ ਬੇਟੀ ਹੋਈ, ਅਸੀਂ ਸਾਲਗਿਰਾ ਕੀਤੀ ਤੇ ਸਾਰੇ ਆਏ ਤੇ ਮੈਂ ਤੇ ਉਹ ਨਾ ਅਸੀਂ ਉਸ ਥੱਲੇ ਸਾਲਗਿਰਾ ਹੋ ਰਹੀ, ਮੈਂ ਤਾਂ ਛੱਤ ਤੇ ਬਹਿ ਗਿਆ ਤੇ ਉਸਤਾਦ ਜੀ ਦਾ ਆਮਣੇ ਸਾਹਮਣੇ ਬੈਠੇ, ਮੈਂ ਉਹਦਾ ਹੱਥ ਫੜਿਆ ਤੇ ਮੇਰਾ ਲੈਣ ਜਾਣ ਲੱਗੀ ਸੀ। ਹੱਥ ਫੜਿਆ ਏਦਾਂ ਸੀ ਹੱਥਾਂ ਚੱਲ, ਉਹਨੇ ਉਦੋਂ ਪੀਜ਼ੇ ਦਾ ਕੰਮ ਨਹੀਂ ਸੀ ਚੱਲ ਰਿਹਾ। ਠਹਿਰ ਜਾ ਯਾਰ ਤੂੰ ਨਾਲ ਤਵੱਜੋ ਹੀ ਕਿਉਂ ਦਿੰਨਾ ਵਾ? ਉਸਤਾਦ ਜੀ ਮੈਨੂੰ ਬਾਂਦਰ ਤਾਂ ਜੁੜੇ ਆ, ਮੈਂ ਕੀ ਕਰਾਂ? ਤੇ ਤੈਨੂੰ ਜਿਹੜਾ ਵੀ ਬੋਲੇ ਤੂੰ ਉਹਦੇ ਵੱਲ ਧਿਆਨ ਕਰ ਲੇਗਾ ਪਰ। ਅੱਛਾ ਉਸਤਾਦ ਜੀ ਏਦਾਂ ਸੀ ਨਾ, ਹੱਥਾਂ 'ਚ ਹੱਥ ਪਾਏ ਤੇ ਮੈਂ ਫੀਲ ਕਰ ਰਿਹਾ ਨਾ, ਤੂੰ ਮੇਰੇ ਨਾਲ ਗੱਲ ਕਰ। ਉਹਨੇ ਮੇਰੇ ਵੱਲ ਦੇਖਿਆ, ਮੈਂ ਉਹਦਾ ਦੇਖਿਆ ਤੇ ਉਸਤਾਦ ਜੀ ਦੀਆਂ ਅੱਖਾਂ 'ਚ ਪਾਣੀ ਆਉਣ ਲੱਗ ਪਿਆ। ਓਏ ਉਧਰੋਂ ਚੌਂਕ ਦੀ ਡੀ ਉੱਡ ਗਈ। ਤੇ ਮੁੜ ਕੇ ਨਾ ਮੈਨੂੰ ਕਹਿੰਦੀ ਤੁਸੀਂ ਕਹਿਤਾ ਘਰ? ਮੈਂ ਕਿਹਾ ਹਾਂ ਕਹਿਤਾ। ਕਹਿੰਦੀ ਨਹੀਂ ਮਬਾਸ ਤੁਹਾਨੂੰ ਇੱਕ ਗੱਲ ਦੱਸਾਂ, ਅਗਰ ਤੇਰੀ ਮੇਰੀ ਸ਼ਾਦੀ ਹੋ ਜਾਏ ਨਾ ਤੇ ਯਕੀਨ ਮੰਨ ਜ਼ਿੰਦਗੀ ਤਬਾਹ ਮੇਰੀ ਸੁਣੀ ਜਾਏਗੀ, ਮੇਰੀ ਸੁਣੀ ਜਾਏਗੀ ਸੁਣੀ ਜਾਏਗੀ ਅਗਰ ਮੇਰੇ ਨਾਲ ਤੇਰੀ ਸ਼ਾਦੀ ਹੋ ਜਾਏ ਤੇ।
ਉਸਤਾਦ ਜੀ ਮੈਂ ਤਕਰੀਬਨ ਕੋਈ 3 ਮਹੀਨੇ ਇਸ ਗੱਲ ਤੋਂ ਬਾਅਦ ਲੰਘਾਇਆ ਤੇ ਮੈਂ ਆਪਣੀ ਭਾਬੀ ਨੂੰ ਕਹਿਤਾ ਮੈਂ ਕਿ ਮੇਰੀ ਸ਼ਾਦੀ ਕਰਾ। ਅੱਛਾ, ਇਸ ਤਰ੍ਹਾਂ ਦੇ ਵਾਕਿਆਤ 'ਚ ਨਾ ਅਕਸਰ ਜਿਹੜਾ ਮੇਨ ਕਰੈਕਟਰ ਹੁੰਦਾ ਉਹ ਭਾਬੀਆਂ ਹੁੰਦੀਆਂ। ਆਹ ਦੇਖੋ ਇਹਦੀ ਬਰਬਾਦੀ ਦਾ ਰਾਜ਼ ਆ ਭਾਬੀ। ਮੈਂ ਮਜ਼ਾਕ ਨਹੀਂ ਕਰ ਰਿਹਾ, ਕਿਉਂਕਿ ਭਾਬੀ ਨਾ ਜਰਾ ਥੋੜਾ ਜਿਹਾ ਮਤਲਬ ਦੇਵਰ ਵੀ ਉਹਨੂੰ ਹਾਂਜੀ ਥੋੜਾ ਕਰ ਲੈਂਦਾ, ਕੁੜੀਆਂ ਵੀ ਭਾਬੀ ਨੂੰ ਕਹਿ ਸਾਜੀ ਅੱਗੇ ਗੱਲ ਦਿੰਦੀਆਂ, ਭਾਬੀ ਫਿਰ ਅੱਗੋਂ ਤੋਰਦੀ ਆ। ਹਾਂਜੀ ਅੱਗੇ ਸੁਣੀਏ ਇਹ ਵੀ ਗੱਲ ਬਈ ਦਾ ਸ਼ਾਦੀ ਹੋ ਗਈ, ਅੱਲਾਹ ਪਾਕ ਨੇ ਟਾਈਮ ਲੈ ਆਂਦਾ। ਵਾਹ ਵਾਹ ਵਾਹ। ਸਾਜੀ ਮਹਿੰਦੀ ਜਦੋਂ ਆਈ ਨਾ ਤਕਰੀਬਨ ਕੋਈ 5-6 ਘੰਟੇ ਤੱਕ ਗੋਲੀ ਚੱਲੀ ਪਹਿਲਾਂ। ਹਾਂ ਇਹਦੇ ਅੱਛਾ ਜੀ, ਦੋਸਤਾਂ ਦਾ ਮਾਹੌਲ ਸੀ ਨਾ, ਦੋਸਤ ਮੇਰੇ ਬਹੁਤ ਜ਼ਿਆਦਾ 5-6 ਘੰਟੇ ਗੋਲੀ ਚੱਲੀ। ਜੀ ਬੜੀ ਫਾਇਰਿੰਗ ਹੋਈ, ਯਕੀਨ ਮੰਨੋ। ਕੋਈ ਫਲਸਤੀਨ ਤੇ ਮੈਂ ਝੂਠ ਬੋਲਾ ਤੇ ਮੇਰੇ ਨਾਲ ਦੇ 5 ਕਰੈਕਟਰ ਅੱਲਾ ਉਹਨਾਂ ਦੇ ਸਵੇਰ ਮੈਨੂੰ ਚਿਹਰਾ ਨਾ ਦਿਖਾਵੇ। ਚਾਰ ਓਏ। ਤੂੰ ਤਾਂ ਵੈਸੇ ਕੁਦਰਤੀ ਮਰਿਆ ਵਾ ਨਾ, 4 ਲਾ ਲਓ। ਅੱਛਾ, ਫਾਇਰਿੰਗ ਹੋਈ ਸਾਜੀ ਬੜਾ ਹੀ ਤੇਰੀ ਸ਼ਾਦੀ ਦੀ ਖੁਸ਼ੀ 'ਚ? ਹਾਂ ਦੋਸਤ ਮੇਰੇ ਸਾਰੇ ਕਿ ਨਹੀਂ ਮਿਮਰੀ ਦਾ ਵਿਆਹ ਵਾ ਯਾਰ, ਅਸੀਂ ਮਜ਼ਾ ਲੈਣਾ ਆਪਣੇ ਸਾਰਿਆਂ ਸਮਝਿਆ ਨੇ। ਉਹਨਾਂ ਨੇ। ਅੱਛਾ, ਫਿਰ ਸਾਜੀ ਸਾਰਾ ਸਿਸਟਮ ਹੋਇਆ ਤੇ ਸਵੇਰ ਨੂੰ ਬਰਾਤ ਗਈ, ਵਾਪਸੀ ਆਏ, ਮੁਕਲਾਵਾ ਹੋਇਆ ਤੇ ਜਦੋਂ ਅਸੀਂ ਮੁਕਲਾਵੇ ਦੀ ਰਾਤ ਨੂੰ ਵਾਪਸ ਆਏ ਨਾ ਤੇ ਮੈਂ ਆਪਣੇ ਕਮਰੇ 'ਚ ਦਾਖਲ ਹੋਇਆ। ਸਿਰਫ ਇਹਦੀ ਸਟੋਰੀ ਲਾਉਣੀ ਬਸ। ਉਸਤਾਦ ਜੀ ਇਦਾਂ ਸੀ ਨਾ, ਹੱਥਾਂ 'ਚ ਹੱਥ ਪਾ ਕੇ ਇਸ ਟਾਈਮ ਤੁਹਾਨੂੰ ਚਾਹੀਦਾ ਉਹਦੇ ਹੱਥ ਚੁੰਮੋ, ਬਗੈਰਤ ਨੇ ਇਹਨਾਂ ਨੇ ਕਿੱਥੇ ਇਦਾਂ ਕਰਨੀ। ਕਿਉਂਕਿ ਤੁਹਾਡਾ 35 ਮਿੰਟ ਦਾ ਸ਼ੋਅ ਕੱਲਾ ਕਢਾ ਰਿਹਾ ਹੈ। ਸਾਜੀ ਮੈਂ ਸੱਚੀ ਮੁੱਚੀ ਭਾਵੇਂ ਮੇਰੇ ਬਲੇਡ ਮਾਰ ਦੋ, ਮੇਰੇ ਪਿਆਰ ਦੀ ਨਾਦਰੇ ਨਾ, ਹੱਕ ਸੱਚ ਦੀ ਗੱਲ ਇਹ ਹੈ ਤੇ ਸਾਡੀ ਤਿਆਰੀ ਕਿੱਧਰ ਗਈ? ਕਿਹੜੀ ਹੱਕ ਤਿਆਰੀ ਸੱਚ ਤੋਂ ਦੀ ਗੱਲ ਇਹ ਹੈ ਕਿ ਇਸ ਟਾਈਮ ਆ ਬੰਦਾ ਮੈਨੂੰ ਪਹਿਲੀ ਵਾਰੀ ਬਹੁਤ ਚੰਗਾ ਲੱਗ ਰਿਹਾ ਸੀ। ਅੱਜ ਤੂੰ ਨਹੀਂ ਬਾਸ ਨਹੀਂ ਕੱਲਾ ਬਾਸ ਬਣਿਆ ਵਾ। ਅੱਛਾ ਚਲੋ, ਅੱਛਾ ਉਸਤਾਦ ਜੀ ਆਹ ਗੱਲ ਸੁਣਨ ਵਾਲੀ ਜਿਹੜੇ ਨੇ ਹੁਣ ਵਿੱਚ ਬੋਲੇ ਤੇ ਫਿਰ ਮੈਂ ਇਹਨਾਂ ਨੂੰ ਸ਼ੁਰੂ ਹੋ ਜਾਣਾ। ਉਸਤਾਦ ਅੱਛਾ ਜੀ ਯਾਰ ਇੰਝ ਵਿਆਹ ਕਰਕੇ ਹੋ ਗਿਆ, ਫਾਇਰਿੰਗ ਹੋਈ, ਉਸ ਤੋਂ ਬਾਅਦ ਵਿਆਹ ਹੋ ਗਿਆ। ਵਿਆਹ ਹੋ ਗਿਆ ਉਸਤਾਦ ਜੀ। ਪਹਿਲੀ ਰਾਤ ਨਾ ਅਸੀਂ ਇੰਜ ਕਰਕੇ ਹੱਥਾਂ 'ਚ ਹੱਥ ਪਾ ਕੇ ਬੈਠੇ। ਉਸਤਾਦ ਜੀ ਹੱਥਾਂ 'ਚ ਹੱਥ ਪਾਇਆ ਤੇ ਤ੍ਰਿਪ ਅੱਖਾਂ 'ਚ ਆਂਸੂ ਨਿਕਲ ਰਿਹਾ ਤੇ ਮੈਂ ਕਿਹਾ ਜਾਨੂ ਕੀ ਹੋਇਆ, ਰੋਣ ਕਾ ਤੋਂ ਡਏ ਤੁਸੀਂ? ਕਹਿੰਦੀ ਯਕੀਨ ਨਹੀਂ ਦੇ ਤੇ ਕਹਿੰਦੀ ਨਹੀਂ ਮੁਬਾਸ ਤੁਹਾਨੂੰ ਇੱਕ ਗੱਲ ਦੱਸਾਂ, ਅੱਜ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰਨੀ। ਮੈਂ ਕਿਹਾ ਕਰੋ। ਕਹਿੰਦੀ ਔਰਤਾਂ ਜਾਂ ਲੜਕੀਆਂ ਦਰਬਾਰਾਂ ਤੇ ਜਾ ਕੇ, ਮਜਲਿਸਾਂ ਤੇ ਜਾ ਕੇ, ਨਾਤਾਂ ਵੱਡੀਆਂ ਮਹਿਫਲਾਂ 'ਚ ਜਾ ਕੇ ਇੰਜ ਲੋਕਾਂ ਨਾਲ ਪੁੱਤ ਮੰਗਦੇ ਆ ਜਿੱਦਾਂ ਮੈਂ ਕਾਇਨਾਤ ਕੋਲੋਂ ਤੈਨੂੰ ਮੰਗਿਆ। ਵਾਹ ਵਾਹ ਭਾਬੀ, ਕਿਆ ਬਾਤ। ਕਿਆ ਕਹਿੰਦੇ। ਕਿਆ ਅੱਛਾ, ਰੱਬ ਕੋਲੋਂ ਮੰਗੀਦਾ, ਕਾਇਨਾਤ ਕੋਲੋਂ ਕੌਣ ਮੰਗਦਾ? ਯਾਨੀ ਕਿ ਉਹ ਦੱਸਣ ਦਾ ਤਰੀਕਾ ਕਾਇਨਾਤ 'ਚ ਮੈਂ ਰੱਬ ਕੋਲੋਂ ਤੈਨੂੰ ਮੰਗਿਆ ਇਸ ਹਾਂਜੀ ਕਾਇਨਾਤ 'ਚ। ਕਾਇਨਾਤ 'ਚੋਂ ਕਹਿੰਦੀ ਮੈਂ ਤੈਨੂੰ ਇਸ ਤਰ੍ਹਾਂ ਮੰਗਿਆ। ਰੋਕੀ ਨਾ ਏਦਾਂ ਪੁੱਤ ਮੰਗਦੇ ਆ, ਔਲਾਦਾਂ ਮੰਗਦੇ ਜਿਹੜੇ ਇੰਨੀ ਅਰਸਾ ਲੱਗ ਜਾਂਦਾ। ਬੜੀ ਗੱਲ ਆ ਭਾਈ। ਤੇ ਕਿਆ ਬਾਤ, ਮੈਨੂੰ ਤਾਂ ਇਸ ਤਰ੍ਹਾਂ ਮਿਲਿਆ ਵਾ ਕਿ ਜਿੱਦਾਂ ਮੇਰਾ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ। ਵਾਹ ਵਾਹ। ਚਲੋ ਜੀ, ਹੁਣ ਤੁਸੀਂ ਜਿਹੜੀ ਤਿਆਰੀ ਕੀਤੀ ਨਹੀਂ ਨਾ, ਹੁਣ ਕਿਹੜੀ ਤਿਆਰੀ? ਹੁਣ ਕਿਹੜੀ ਤਿਆਰੀ ਰਹਿ ਗਈ ਹੈ ਜੀ? ਵਿਆਹ ਹੀ ਨਹੀਂ ਮੁੱਕਣ ਦੇ, ਅੱਲਾ ਖੈਰ ਕਰੇ। ਫਿੱਕੀ ਲਵ ਸਟੋਰੀ ਸੀ, ਉਹਨੇ ਵਿੱਚੋਂ ਹਾਲੇ ਸਕਿਪ ਕੀਤੀਆਂ, ਬੜੀਆਂ ਲੜਾਈਆਂ ਹੋਈਆਂ ਨੇ। ਵਿੱਚ ਇੱਕ ਗੱਲ ਉਹਨੇ- ਸਾਜੀ ਵਿਆਹ ਹੀ ਨਹੀਂ ਮੁੱਕਿਆ। ਝੂਠੇ ਤੇ ਲਾਣਤ ਵਾ। ਮੈਂ ਚੋਰੀ ਮਿਲਣ ਗਿਆ, ਮੇਰਾ ਮਾਮਾ ਸੀ, ਤੇਰੇ ਵਰਗਾ ਮਾਮਾ ਸੋਹਰਾ, ਇਦਾਂ ਦਾ ਰੰਗ ਰੂਪ ਉਹਦਾ, ਜੇਬ ਕੱਢ ਲਿਆ। ਗੱਲ ਸੁਣ ਪੂਰੀ, ਇੱਕ ਮਿੰਟ। ਉਹਨੇ ਕਿਹਾ ਮੁੰਡਾ ਕੀ ਲੈਣ ਆਇਆ, ਮੇਰੇ ਤੋਂ ਕਿੜ ਖਾਣ ਲੱਗ ਪਿਆ। ਉਸਤਾਦ ਜੀ ਮੇਰੀ ਬੇਗਮ ਨੇ ਮਾਮੇ ਦਾ ਸਿਰ 'ਚ ਨਾ ਮਾਰ ਕੇ ਚੋ ਅੱਗ ਵਾਲਾ ਇਦਾਂ ਦਾ ਸਿਰ ਕਰ ਸਿੱਟਿਆ ਸੀ ਉਹਦਾ। ਖੁਦਾ ਦੀ ਕਸਮ ਝੂਠੇ ਤੇ ਲਾਨਤ। ਕਿ ਉਹਨੇ ਸਿਰਫ ਇਹ ਕਿਹਾ ਕਿ ਉਹਨੇ ਸਿਰਫ ਇਹਨਾਂ ਕਿਹਾ ਕਿ ਇਹ ਕਿਉਂ ਆਇਆ? ਉਹ ਕਹਿੰਦੀ ਇਹਨੇ ਹੀ ਆਉਣਾ, ਤੁਸੀਂ ਸਾਰੇ ਹੀ ਜਾਓ। ਅੱਛਾ, ਮਾਮੇ ਦਾ ਸਿਰ ਪਾੜ। ਮਾਮੇ ਨੂੰ ਵੀ ਜੁੜ ਗਏ ਉਸਤਾਦ ਜੀ। ਉਹਨੇ ਮਤੱਕਾ ਲਾ ਕੇ ਵਿਆਹ ਕਰਾਇਆ ਵਾ, ਕੋਈ ਛੋਟੀ ਮੋਟੀ ਚੀਜ਼ ਨਾਲ ਨਹੀਂ ਉਹਨੇ ਵਿਆਹ ਕਰਾਇਆ। ਨਹੀਂ, ਉਹਨੇ ਵੀ ਸੱਚੀ ਕਿਆ ਮੁੱਚੀ ਕਿਆ ਜੈਨੂਇਨ ਬਾਤ। ਹਾਸਲ ਕੀਤਾ ਤੇ ਮੈਨੂੰ ਉਹਨੇ ਕਿਹਾ ਮੈਂ ਤੈਨੂੰ ਹਾਸਲ ਕੀਤਾ, ਮੇਰੀ ਧੌਣ ਲੱਗ ਸਕਦੀ, ਮੈਂ ਤੇਰੇ ਤੋਂ ਲੈਦਾ ਨਹੀਂ ਹੋ ਸਕਦੀ, ਨਾ ਮੇਰੀ ਜੁਦਾਈ ਬਰਦਾਸ਼ਤ ਕਰਦੀ ਆ। ਜੀਓ 10 ਸਾਲ ਦੀ ਸ਼ਾਦੀ ਹੋ ਗਈ, ਇੱਥੋਂ ਰਾਤ ਨੂੰ 4 ਵਜੇ ਵੀ ਜਾਣਾ ਵਾ ਨਾ, ਉਹਨੇ ਮੈਂ ਸੌਣਾ ਵਾ ਤੇ ਫੇਰ ਉਹਨੇ ਸੌਣਾ ਵਾ, ਵਰਨਾ ਲੱਤਾਂ ਘੁੱਟਣ ਦੇ ਬੈਠੀ ਆ। ਰਾਤ ਨੂੰ ਚਾਹੇ ਕਿਆ कहने वाला ਇੰਤਜ਼ਾਰ 'ਚ ਬੈਠੀ ਆ ਯਾਰ ਕਿ ਹਰ ਗੱਲ ਸ਼ੁਗਲ 'ਚ ਨਹੀਂ ਪਾਈਦੀ ਹੁੰਦੀ। ਹਰ ਕਿਸੇ ਨੂੰ ਕਾਇਮ ਨਹੀਂ ਮਿਲਦਾ। ਫਾਇਰਿੰਗ ਵਾਲੀ ਗੱਲ। ਇਹ ਤਾਂ ਜਦੋਂ ਘਰਾਂ 'ਚ ਜਾਂਦੇ ਨੇ ਬੁੜੀਆਂ ਕਹਿੰਦੀਆਂ ਲੈਣ ਕੀ ਆ ਗਏ। ਉਹੀ ਬੋਲੀ ਜਾਣਾ। ਜਿਹੜੀ ਫੀਮੇਲ ਔਰਤ ਹੁੰਦੀ ਨਾ, ਹਾਂਜੀ ਉਹਦੀ ਸਾਈਕੀ ਪਸੰਦ ਕਰਨ ਨਾਲੋਂ ਨਾ ਉਹਦੀ ਸਾਈਕੀ ਬਹੁਤ ਅਜੀਬ ਹੁੰਦੀ, ਮਰਦਾਂ ਤੋਂ ਬਹੁਤ ਅਜੀਬ ਹੁੰਦੀ ਹੈ। ਔਰਤ ਹੀਰੇ ਖੂਬਸੂਰਤ ਹੂਰ ਟੈਪ ਵੀ ਹੋਵੇ ਨਾ, ਉਹ ਇਹ ਨਹੀਂ ਵੇਖਦੀ ਕਿ ਵੀ ਚਿੱਟਾ ਰੰਗ ਆ, ਹਾਂਜੀ ਇਹ ਕੋਈ ਖਰਾਬ ਆ, ਇੱਕ ਨਾ ਦਿਲ ਆਇਆ ਗੱਦੀ ਪੇ ਤੋਂ ਪਰੀ ਕਹਿ। ਹਾਂਜੀ, ਕੀ ਬਾਤ। ਉਹਦਾ ਕੋਈ ਚੱਕਰ ਨਹੀਂ ਹੁੰਦਾ। ਔਰਤ ਦਾ ਬੜੀ ਸਾਈਕੀ। ਸਾਡੇ ਰਜ਼ਾਬਾਦ ਚ ਨਾ ਇੱਕ ਕਮਰ ਮਨਿਆਰੀ ਵਾਲਾ ਹੁੰਦਾ ਸੀ ਉਸਤਾਦ ਜੀ, ਉਹਦਾ ਮੱਥਾ ਇੰਜ ਸੀ, ਸਿੱਧਾ ਆ ਸਾਡੇ ਤੇ ਇੰਜ ਆ ਨਾ, ਉਹਦਾ ਸਿੱਧਾ ਹੀ, ਦੰਦ ਵੀ ਉਹਦੇ ਸਿੱਧੇ ਇੰਜ ਸੀ, ਚਪਟੀ ਐਸੀ ਮੂਰੀ ਲੈ ਉੱਤੇ ਮਰੀ ਸੀ ਹੁੰਦੀ ਸੀ। ਓਏ ਹੋਏ, ਉਹਦੇ ਮੱਥੇ ਤੇ ਲਿਖਿਆ ਹੁੰਦਾ ਸੀ ਉਸਤਾਦ ਜੀ HRM। ਅੱਛਾ, ਇਹੋ ਜਿਹਾ ਬੰਦਾ ਕੁੱਤੇ ਦੇ ਡਰ ਤੋਂ ਕੰਮ ਤੋਂ ਛੁੱਟੀ ਕਰ ਲੈ ਕਿ ਬਾਹਰ ਕੁੱਤਾ ਅੱਛਾ ਇਹੋ ਜਿਹਾ ਬੰਦਾ। ਅੱਛਾ ਯਾਰ ਕਰ ਲੈਂਦੇ, ਤੂੰ ਇਹਨਾਂ ਬੋਲ ਲਿਆ, ਹੁਣ ਉਹਨਾਂ ਨੂੰ ਵੀ ਥੋੜਾ ਬੋਲਣਾ ਮੈਂ ਚਾਹੀਦਾ। ਕਹਿਣ ਲੱਗਾ ਸੀ ਨਾਲੇ ਤੇ ਮੈਂ ਅੱਗੇ ਤੇਰੀ ਗੱਲ ਸੁਣਨ ਲਈ ਕਿੰਨਾ ਉਹਨਾਂ ਨੂੰ ਚੁੱਪ ਕਰਾਇਆ, ਹੁਣ ਤੂੰ ਚੁੱਪ ਕਰ ਜਾ, ਹੁਣ ਉਹਨਾਂ ਨੂੰ ਕਰ ਲੈਂਦੇ ਕਰੋ ਜੀ ਕੁੜੀ ਕਰੋ ਨੇ ਇਹਨੂੰ ਦੇਖ ਲਿਆ, ਉਹਨੇ ਹਲਕਾ ਜਿਹਾ ਦਿਲ ਸਮਾਈਲ ਇੰਬਲੀ ਨੇ ਫੇਰ ਭਾਈ ਪਫ ਛੱਤ ਮਾਰਿਆ।
ਉਹਨੇ ਇੱਕ ਕਦਮ ਇਹਦੇ ਵੱਲ ਚੁੱਕਿਆ, ਇਹਨੇ ਵੀ ਉਹਦੇ ਵੱਲ ਚੁੱਕਿਆ। ਉਹ ਭਾਈ ਨੱਕ ਚੁੰਗਲੀ ਮਾਰ ਕਹਿੰਦੀ ਆਵੇ। ਭਾਜੀ ਇਮਲੀ ਦੇਖ ਲਓ, ਖਰਾਦੀਏ ਤੁਸੀਂ ਵੀ ਦੇਖ ਲਓ, ਥੜੇ ਵਰਗਾ ਸੇਰਾ ਤੁਹਾਡਾ। ਓਏ ਵਿੱਚ ਲਾਫਟਰ ਲੱਗਣਾ ਹੁੰਦਾ ਥੋੜਾ ਜਿਹਾ ਟਾਈਮ ਦੇ। ਯਾਰ ਮੇਰੇ ਹੋ ਜਾਂਦਾ, ਮੈਂ ਕੀ ਕਰਾਂ ਯਾਰ, ਮੇਰੇ ਤੋਂ ਭੌਂਕ ਹੋ ਜਾਂਦਾ। ਉਹ ਖਿੱਚ ਕੇ ਐਡੀਟਰਾਂ ਨੇ ਮੁਸੀਬਤ ਬਣਾਈ ਹੋਣੀ। ਮੇਰੇ ਕੋਲ ਭੌਂਕ ਹੋ ਜਾਂਦਾ, ਮੈਨੂੰ ਮਾਫ ਕਰ ਨਹੀਂ 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 ਇਮਲੀ ਮੇਰੀ ਗੱਲ ਸੁਣ। ਮੈਨੂੰ ਉਹ ਦੰਸਰ ਦਾ ਮੂੰਹ ਵੇਖਣਾ ਯਾਰ ਨਹੀਂ ਪਤਾ ਕੀ ਗੱਲ ਆ, ਹਰ ਗੱਲ ਤੋਂ ਬਾਅਦ ਨਾ ਥੋੜਾ ਲਾਫਟਰ ਲੱਗਣਾ ਹੁੰਦਾ। ਇੱਕ ਸਕਿੰਟ ਦਾ ਨਾ ਥੋੜਾ ਟਾਈਮ ਦਿਆ ਕਰ ਫੌਰਨ, ਠੀਕ ਹੈ ਨਾ। ਬਲਕਿ ਤੂੰ ਚੁੱਪ ਹੀ ਕਰ ਜਾ, ਤੂੰ ਸਾਰੀ ਗੱਲ ਤੇ ਕਰ ਲਈ ਹੈ। ਤੇਰਾ ਅੱਜ ਦਾ ਸ਼ੋਅ ਪੂਰਾ ਹੋ ਗਿਆ ਤੇਰੀ। ਅੱਛਾ ਤੂੰ ਉਹਨੂੰ ਇਮੋਸ਼ਨਲ ਫੀਲਿੰਗ ਮਹਿਸੂਸ ਕਰ ਰਿਹਾ ਅੱਜ ਮੈਨੂੰ ਤੁਸੀਂ ਯਾਦ ਕਰਾਤਾ ਤੇ ਯਕੀਨ ਮੰਨੋ ਤੇ ਯਾਰਾਂ ਤੇਰਾ ਘਰ ਆ, ਮੇਰੀ ਭੈਣ ਘਰੇ ਹੀ ਆ, ਜਾ ਚੱਲ ਜਾ ਤੂੰ। ਸ਼ੋਅ ਤੋਂ ਬਾਅਦ ਜਾਵਾਂ ਤੂੰ ਹੁਣੇ ਚੱਲ ਜਾ, ਕੋਈ ਰੌਲਾ ਨਹੀਂ। ਜੀ ਮੈਂ ਤੁਹਾਨੂੰ ਛੱਡ ਕੇ ਨਹੀਂ ਨਾ ਜਾ ਸਕਦਾ। ਮੈਨੂੰ ਛੱਡ ਕੇ ਨਹੀਂ ਜਾ ਸਕਦਾ, ਮੈਂ ਆਕਸੀਜਨ ਨਾ ਤੇਰੀ ਛੱਡ ਕੇ ਨਹੀਂ ਜਾ ਸਕਦਾ। ਅੱਛਾ ਹਾਂਜੀ ਇਮਲੀ ਦੇਖ ਲਓ, ਹਾਂਜੀ ਖਰਾਦੀ ਦੋਵਾਂ ਨੇ ਅੱਛਾ ਯਾਦ ਕੀਤੀਆਂ ਇਕੱਠੀਆਂ। ਜੁੜਵਾ ਜੁਗਤ ਬਾਦ ਆ। ਇਮਲੀ ਦੇਖ ਲਓ ਉਹ ਤੂੰ ਹਾਂ ਸਲਾਹ ਕਰ ਲਓ। ਹਾਂ ਚੱਲ ਅੱਛਾ ਯਾਨੀ ਅੱਜ ਤੁਸੀਂ ਪੰਡ ਟਾਈਮ ਓਕੇ ਚਲੋ ਸੁਭਾਨ ਅੱਲਾਹ। ਚਲੋ ਅੱਜ ਚਲੋ ਜੀ। ਯਾਰ ਇਮਲੀ ਦੇਖ ਲਓ, ਹਾਂਜੀ ਖਰਾਦੀਏ ਦੀ ਮਸ਼ੂਕ ਹੁੰਦੀ। ਖਰਾਦੀ ਦੀ ਮਸ਼ਹੂਰ ਮੁਦੱਸਰ ਦੇਖ ਲਓ, ਉੱਲੂ ਦੇ ਪੱਠਿਆਂ ਦਾ ਟਾਲ ਹੁੰਦਾ। ਯਾਰ ਲੈ ਉੱਲੂ ਦੇ ਪੱਠਿਆਂ ਦਾ ਟਾਲ, ਵਾਹ ਵਾਹ। ਉਸਤਾਦ ਜੀ ਇਮਲੀ ਦੇਖ ਲਓ, ਹਾਂ ਟਾਰਜ਼ਨ ਦਾ ਦਰਜੀ ਹੁੰਦਾ ਜੀ। ਵਾਹ ਰੇ ਵਾਹ। ਇਮਲੀ ਵੇਖ ਲਓ, ਪਾਨ ਖਾਣ ਵਾਲਾ ਸੱਪ ਹੁੰਦਾ। ਹਾਏ ਹਾਏ ਕਾਲੂ ਖਾਨ ਅੱਲਾਹ ਪਾਕ ਤੈਨੂੰ ਜ਼ਿੰਦਗੀ ਦੇਵੇ, ਮੈਂ ਤਾਂ ਇਹੀ ਦੁਆ ਕਰਾਂਗਾ ਪਰ ਮੁਸ਼ਕਲ ਹੈ। ਇਮਲੀ ਨੂੰ ਭਾਈ ਇੱਕ ਜੁਗਨੂ ਵੱਜਾ ਤੇ ਉੱਥੇ ਇਦਾਂ ਚੰਗਿਆੜੇ ਨਿਕਲੇ, ਫਮਾਕ ਹੋਇਆ। ਚੰਗਿਆਰੇ ਅੱਛਾ ਜੁਗਰੂ ਨੇ ਇਸ ਤੋਂ ਪਾਇਆ ਕਿ ਉਹਦੇ ਚ ਲੈਟ ਹੁੰਦੀ ਹੈ ਤੇ ਕਹਿੰਦਾ ਇੰਬਲੀ ਚ ਵੱਜਾ, ਕਿਉਂਕਿ ਇਹਦੀ ਹਰ ਜੁਗਤ ਮੈਨੂੰ ਬਾਅਦ ਚ ਐਕਸਪਲੇਨ ਕਰਨੀ ਪੈਂਦੀ ਹੈ। ਆ ਕਾਲੂ ਵੱਡੀ ਕੁਰਸੀ ਲੈ ਆਇਆ, ਮੈਂ ਕਿਹਾ ਇਹ ਕੀ? ਕਹਿੰਦਾ ਇੱਥੇ ਅਸੀਂ ਆਪਣਾ ਪੱਠਾ ਬਾਣਾ। ਤਾਜੀ ਓਏ ਤੂੰ ਕਿਤੇ ਮੀਰ ਤੱਕੀ ਮੀਰ ਨਾ ਬਹਿ ਕੇ ਜੁਗਤਬਾਜ਼ੀ ਕਰਿਆ ਕਰ, ਪਰ ਏਡੀ ਤੂੰ ਬਰੀਕ ਜੁਗਤ ਕਰਦਾ ਵਾ। ਤਾਜੀ ਇਮਲੀ ਪਾਕਿਸਤਾਨੀ ਟੀਮ 'ਚ ਚਲੇ ਗਿਆ ਤੇ ਆਸਟ੍ਰੇਲੀਆ ਟੂਰ ਗਿਆ ਤੇ ਉੱਥੇ ਜਾ ਕੇ ਕਹਿੰਦਾ ਮੈਂ ਉਮਰ ਗੋਲਣਾ ਪੈਣਾ। ਉਮਰ ਗੋਲਣਾ। ਮੁਦੱਸਰ ਇੱਕ ਭੱਠੇ ਨੂੰ ਵੇਖ ਕੇ ਕਹੀਏ ਵੇ ਢੱਕਿਆ ਵੀ ਆ ਉਤੋਂ ਕਿ ਨਹੀਂ। ਆ ਇਮਲੀ ਦੇਖ ਲਓ ਉਸਤਾਦ ਜੀ, ਸੱਸ ਨਾਲ ਪ੍ਰੈਂਕ ਕੀਤਾ। ਸੱਸ ਨਾਲ ਪ੍ਰੈਂਕ ਕੀਤਾ। ਇਮਲੀ ਦੇਖ ਲਓ ਜੱਫੀ ਪਾ ਕੇ ਸਹੁਰੇ ਦੇ ਪਟਾਕੇ ਕੱਢੇ। ਭਾਈ ਇਲੈਕਸ਼ਨ ਤੇ ਖਲੋ ਗਿਆ, ਕਦੀ ਕਿਸੇ ਇਲਾਕੇ 'ਚ ਖਲੋ ਜੇ, ਕਦੀ ਕਿਸੇ ਇਲਾਕੇ 'ਚ। ਉਹ ਮੈਂ ਕਿਹਾ ਇੱਕ ਜਗ੍ਹਾ ਤੇ ਨਹੀਂ ਖਲੋਣਾ। ਉਹ ਕਹਿੰਦਾ ਯਾਰ ਮੇਰੀ ਲੱਤ ਦਾ ਮਸਲਾ ਨਾ ਖਲੋਤਾ। ਏਡਾ ਤੂੰ ਮਲੰਗੀ ਜਿਹਦੀ ਲਵ ਸਟੋਰੀ ਸੁਣੀ ਮੈਨੂੰ ਮਨ ਫਿਲਮ ਭੈੜੀ ਲੱਗਣ ਲੱਗ ਪਈ। ਚਮਚੜੇ ਇੱਕੋ ਦਮ ਕਰਾਇਆ ਹੁੰਦਾ। ਕੀ ਬਾਤ। ਓਏ ਦਮ ਚੜੇ ਕੋਲੋਂ ਚਮ ਕਰਾਇਆ। ਜੀਓ ਜੀਓ ਰਾਜਿਆ। ਕੀ ਬਾਤ ਹੈ, ਬੜੀ ਲਕੀਰਾਂ ਵਾਲੀ ਬਿਲੀਅਟ ਹੁੰਦੀ ਬਾਹਰ। ਓਏ ਮੇਰੇ ਪਲੇ ਸਟੋਰ ਤੋਂ ਗਾਰਾ ਇੰਸਟਾਲ ਕੀਤਾ ਹੁਣ। ਬਸ ਕਰ। ਆਹਾ ਗਾਰੇ ਵਾਲਾ ਅੱਛਾ ਆ ਉਹਦਾ ਸਕਾ ਭਰਾ ਵਾ, ਉਹੀ ਦੋਵੇਂ ਸਕੇ ਭਰਾ ਨੇ। ਫਿੱਕੀ ਜੁਗਤ ਉਹ ਕਰਦਾ, ਸ਼ਰਮਿੰਦਾ ਆਇਆ ਹੋ ਰਿਹਾ ਹੁੰਦਾ। ਗੱਲ ਇਹ ਕਰਦਾ ਘਟਾ ਇਹਨੂੰ। ਉਹਨੇ ਹਲੇ ਅੱਧੀ ਗੱਲ ਕੀਤੀ, ਕਹਿੰਦਾ ਬਸ ਕਰ ਦੇ। ਪਰ ਤੈਨੂੰ ਇੰਨਾ ਤੈਨੂੰ ਇੰਨਾ ਜੋ ਉਹਦੇ ਤੇ ਕੌਨਫੀਡੈਂਸ ਆ ਤੇ ਤੂੰ ਨਾਲ ਹੀ ਨਾ ਲਿਆਇਆ ਕਰ। ਉਹ ਹਲੇ ਮਾਰੇ ਇਹ ਬੋਲੀ ਚੁੱਕਦਾ, ਇਹ ਇਧਰੋਂ ਬੇਟਾ ਕਹਿੰਦੇ ਹੁੰਦਾ ਨਾ। ਨਾ ਤੂੰ ਨਾ ਬੋਲੀ। ਇਮਲੀ ਦੇਖ ਲਓ, ਬਦਦੁਆ ਪੂਰੀ ਹੋਈ ਹੁੰਦੀ। ਵਾਹ ਰੇ ਵਾਹ। ਇਮਲੀ ਇਮੋਸ਼ਨਲ ਹੋ ਗਿਆ, ਇਮਲੀ ਅੱਜ ਗੱਲ ਨਹੀਂ ਕਰ ਰਿਹਾ ਯਾਰ। ਇਹੋ ਜਿਹੇ ਬੰਦੇ ਨਾ ਆਪਣੇ ਫੋਨ ਦੀ ਬੈਲ ਬਦਲ ਕੇ ਨਾਲ ਦੇ ਫੋਨ ਆਵੇ, ਬਾਅਦ ਚੋਂ ਨਾਲ ਦੇ ਬੰਦੇ ਨੂੰ ਕਹੀ ਜਾਂਦੇ ਤੇਰਾ ਫੋਨ ਆਉਂਦੇ। ਭੁੱਲ ਜਾਂਦੇ ਕਿ ਮੈਂ ਬਦਲੀ। ਆਹੋ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ। ਇੱਕ ਮਰੀਜ਼ ਆਇਆ, ਕਹਿੰਦਾ ਇਹਨੇ ਮਰੀਜ਼ ਚੈੱਕ ਕਰੀ, ਤੈਨੂੰ ਐ ਚੈੱਕ ਕਰਨ ਦੇ। ਨਹੀਂ 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 ਇਦਾਂ ਨਾ ਕਹਿ, ਤੂੰ ਕਹਿ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਨੂੰ ਥੱਲੇ ਬਹਾ ਕੇ ਨਾ ਤੇ ਉਹ ਜਿਹੜਾ ਕੀ ਉਹਨੂੰ ਕਹਿੰਦੇ ਸਟੈਥੋਸਕੋਪ, ਉਹ ਫੜ ਕੇ ਇੰਜ ਉਹਦੇ ਲਾ ਰਿਹਾ ਸੀ। ਇੰਜ ਗੱਲ ਕਰ। ਤੁਸੀਂ ਨਾ ਇਦਾਂ ਕਰੋ, ਮੈਂ ਸਿੱਧੀਆਂ ਕਰੀ ਜਾਵਾਂਗਾ। ਇਹ ਵੀ ਮਰੀਜ਼ ਸੀ, ਇਹ ਵੀ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਇਹਦੇ ਕੋਲ ਮਰੀਜ਼ ਆਇਆ, ਉਹਦੇ ਲੱਕ ਤੇ ਕਰਨ ਡਿਆ। ਇਹ ਵੀ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ। ਨਹੀਂ ਮੇਦੇ ਤੇ ਮੇਦਾ ਚੈੱਕ ਕਰ, ਜਿਵੇਂ ਡਾਕਟਰ ਆਫਤਾਬ ਇਕਬਾਲ ਸਾਹਿਬ ਮੇਦਾ ਆਫਤਾਬ ਇਕਬਾਲ ਕਹਿੰਦੇ, ਆਫਤਾਬ ਇਸਲਾਮ ਸਾਹਿਬ ਉਹ ਚੈੱਕ ਕਰਦੇ ਨਾ ਮੇਦੇ ਚ ਪੂਰਾ ਇੰਜ ਕਰਕੇ, ਤੇ ਉਂਝ ਕਰ ਰਿਹਾ ਇੰਜ ਕਰਕੇ।
ਮਰੀਜ਼ ਆ ਗਿਆ ਭਾਈ ਇਹਦੇ ਕੋਲ ਤੇ ਇੰਜ ਕਰਕੇ ਦੋਵਾਂ ਸਲਾਈਆਂ ਨਾਲ ਡਿਸਪ੍ਰੀਨ ਚੁੱਕ ਕੇ ਉਹਦੇ ਤੰਦੂਰ ਦਾ ਕੰਮ ਕਰਦਾ ਇਹ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਮੈਨੂੰ ਖਾਂਸੀ ਬਹੁਤ ਆ, ਕਹਿੰਦਾ ਆਹ ਡੱਕ ਫੜਾ ਇੱਥੋਂ। ਕੀ ਫੜਾ ਡੱਕ ਉਹਦਾ ਥੱਲੇ ਲਾਉਂਦੇ ਹੁੰਦੇ ਆਹੋ ਇਹ ਵੀ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ। ਉਹ ਨਾਂ ਦੇ ਉੱਪਰ ਸਾਜੀ ਲਾਉਂਦੇ ਲੋਹੇ ਦਾ, ਉਹਦੇ ਲੱਕ ਤੇ ਲਾਉਂਦੇ ਆ। ਟੈਟੂ ਬਣਾਤਾ। ਇਹ ਵੀ ਭਾਈ ਡਾਕਟਰ ਹੁੰਦਾ ਸੀ, ਤੰਦੂਰ ਪਾ ਲਿਆ ਤੇ ਤੰਦੂਰ ਚਲਾ ਚਲੂ ਕੇ ਉਹ ਬੁਖਾਰ ਚੈੱਕ ਕਰਨ ਵਾਲਾ ਵਿੱਚ ਪਾ ਕੇ ਚੈੱਕ ਕਰਨ ਪੂਰੀ ਹੋ ਗਈ। ਅੱਛਾ ਪਹਿਲੇ ਡਾਕਟਰ ਸੀ ਫਿਰ ਤੰਦੂਰ ਵਾਲਾ ਹੋ ਗਿਆ। ਇਹ ਵੀ ਜੀਓ ਏ ਜੀਓ, ਸ਼ਾਬਾਸ਼। ਸਾਈਕਲਾਂ ਦਾ ਕੰਮ ਕਰਦਾ ਸੀ, ਤੰਦੂਰ ਪਾ ਲਿਆ ਇਹਨੇ। ਸ਼ਾਇਦ ਜੋ ਜੀ ਸਾਈਕਲਾਂ ਦਾ ਕੰਮ ਕਰਦਾ ਸੀ ਤੰਦੂਰ ਪਾ ਲਿਆ, ਉਹ ਕਿਤੇ ਗੱਦੀ ਗਵਾਚ ਗਈ, ਕਾਠੀ ਤੇ ਨਾਲ ਲਾ ਕੇ ਵਾਪਸੀ ਹੋ ਗਈ ਉਸੇ ਟਾਈਮ। ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਦਵਾਈ ਵੀ ਦੇਖ ਕੇ ਕਹਿੰਦਾ ਘਿਓ ਲਾਉਣਾ ਦਵਾਈ ਨੂੰ। ਇਹ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ, ਦਵਾਈ ਦੇ ਕੇ ਉੱਤੇ ਤੇ ਪਾਣੀ ਦੇ ਛਿੱਟੇ ਮਾਰ। 20 ਗੋਲੀਆਂ ਦਾ ਬਣਾ ਕੇ ਛਾਪਰ ਦਾ। ਇਹ ਵੀ ਭਾਈ ਤੰਦੂਰ ਵਾਲਾ ਸੀ, ਡਾਕਟਰ ਬਣ ਗਿਆ ਤੇ ਨਾਨਾ ਵਾਂਗੂ ਦਵਾਈਆਂ ਖੇਤ ਚ ਬੰਨ ਕੇ ਲਿਆਉਂਦੇ। ਉਹ ਫਿਟੇ ਮੂੰਹ ਮੈਂ ਪੌਣੇ ਵਾਲੀ ਕਰਨ ਲੱਗਾ ਕਿ ਪੌਣੇ ਚ ਦਵਾਈ ਬੰਨ ਕੇ ਦੇ ਰਿਹਾ। ਨਹੀਂ ਨਹੀਂ ਤੰਦੂਰ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਲੰਮੇ ਪਾ ਕੇ ਡ੍ਰਿਪ ਇੰਜ ਪਹਿਲੇ ਡ੍ਰਿਪ ਨੂੰ ਇੰਜ ਕਰ ਤੇ ਫਿਰ ਲਾ ਰਿਹਾ। ਤੰਦੂਰ ਵਾਲਾ ਸੀਗਾ ਤੇ ਡਾਕਟਰ ਬਣ ਗਿਆ ਤੇ ਸਵੇਰ 4 ਵਜੇ ਕਲੀਨਿਕ ਖੋਲ੍ਹਦੇ ਨਾਸ਼ਤੇ ਟਾਈਮ। ਆਹੋ ਤੰਦੂਰ ਵੀ ਭਾਈ ਡਾਕਟਰ ਬਣ ਗਿਆ। ਲਿਖਾਈ ਇੰਨੀ ਗੰਦੀ ਸੀ ਇਹਦੀ, ਲੋਕੀ ਕਹਿੰਦੇ ਸੀ ਲਿਖੀ ਨਾ ਵਾਇਸ ਚ ਕਹਦੇ ਅਸੀਂ। ਦੇਖੀ ਨਾ ਵਾਈ ਸਰਕਾਰ ਕਰਾ ਦੇ। ਇਹ ਵੀ ਭਾਈ ਤੰਦੂਰ ਵਾਲਾ ਸੀ, ਡਾਕਟਰ ਬਣ ਗਿਆ ਤੇ ਡੋਲ ਚ ਆਪਣੀ ਸਾਰੀ ਸੇਲ ਰੱਖਣ ਤੇ ਆ। ਸੇਲ ਆਪਣੀ ਸੇਲ ਸਾਰੀ ਡੋਲ ਚ ਰੱਖ ਰਿਹਾ। ਤੇ ਇਹਨੇ ਖਰਾਕਾਂ ਵੇਚ ਕੇ ਡੋਲ ਦਾ ਢੱਕਣ ਚੁੱਕੇ। ਡੋਲ ਦਾ ਢੱਕਣ ਚੁੱਕ ਕੇ ਚੁਪਕਾਇਆ ਦੇ ਇੰਜ ਕਰਕੇ ਦਵਾਈ ਲਿਖੀ ਹੈ। ਦਵਾਈ ਲਿਖਤੀ ਤੇ ਉਹਨੂੰ ਕਹਿੰਦਾ ਉਹ ਤੰਦੂਰ ਤੋਂ ਲੈ ਲਓ। ਇਹ ਵੀ ਤੰਦੂਰ ਅਸੀਂ ਡਾਕਟਰ ਬਣ ਗਿਆ ਤੇ ਸਲਵਾਰ ਤੇ ਬਨੈਣ ਪਾਏ ਤੇ ਚੈੱਕ ਕਰ ਰਿਹਾ ਮਰੀਜ਼ ਨੂੰ। ਅੱਛਾ ਸਾਈਕਲਾਂ ਦਾ ਕੰਮ ਕਰਦਾ ਸੀ ਨਾ ਤੇ ਮਰੀਜ਼ ਆਇਆ, ਉਹਨੇ ਕਿਹਾ ਜੀ ਮੇਰੀ ਧੌਣ ਨੂੰ ਵੱਲ ਪਿਆ ਤੇ ਬਾਹਰ ਉਹਨੂੰ ਖੰਭੇ ਦੇ ਕੋਲ ਲਿਜਾ ਕੇ ਨਾ ਉਹਦੇ ਮੋਢਿਆਂ ਤੇ ਬਹਿ ਕੇ ਉਹਦਾ ਸਿਰ ਖੰਭੇ 'ਚ ਮਾਰ ਓਏ ਹੋਏ। ਮੈਂ ਕਿਹਾ ਇੰਬਲੀ ਵਾਕਰ ਦੀ ਹੈਂਡ ਬ੍ਰੇਕ ਹੁੰਦੀ ਹੈ। ਵਾਕਰ ਦੀ ਵਾਕਰ ਲੈ ਆ ਤੇ ਉਹਨੂੰ ਘਰ ਨਹੀਂ ਚਲਾਉਂਦੇ, ਪੁਲ ਤੇ ਭਾਈ ਉਹਨੂੰ ਬਹਿ ਕੇ ਕਦੀ ਇੱਧਰੋਂ ਦੀ ਇੱਧਰ ਨੂੰ ਥੱਲੇ ਆ ਇੱਧਰੋਂ ਵਾਕਰ ਤੇ। ਹਾਂਜੀ ਵਾਹ। ਅੱਛਾ ਵਾਕਰ ਤੇ ਸਾਈਡ ਸ਼ੀਸ਼ੇ ਵੀ ਲਵਾਏ। ਵਾਹ। ਵਾਕਰ ਲੈ ਉੱਤੇ ਬੱਸ ਵਾਲਾ ਹਾਰਨ ਲਵਾਇਆ ਭਾਈ। ਵਾਕਰ ਤੇ ਇਹਨੇ ਤੇ ਇੰਨੀ ਕਾਕੇ ਨੂੰ ਖੱਲੀਆਂ ਪਾਤੀਆਂ, ਵਾਕਰ ਦੇ ਪਿੱਛੇ ਲੋਡਰ ਵਾਲੀ ਬਾਡੀ ਪਾਈ। ਕਾਕੇ ਨੂੰ ਖੱਲੀਆਂ ਪਾਰਤੀਆਂ ਕਹਿੰਦੇ। ਵਾਕਰ ਭੱਠੇ ਤੇ ਲਾਣ ਲਾਇਆ ਇਹਨੇ, ਇੱਟਾਂ ਢੋਂਦਾ ਦੇ ਉੱਤੇ। 10,000 ਦਾ ਆਰਡਰ ਆਇਆ, 6 ਮਹੀਨੇ ਆਰਡਰ ਪੂਰਾ ਕੀਤਾ। ਅੱਧੀ ਇੱਟ ਲੈ ਕੇ ਜਾ ਰਹੇ। ਇੰਨੀਆਂ ਇੱਟਾਂ ਲੈ ਕੇ ਇਹ ਵੀ ਭਾਈ ਏਡਾ ਮਹਿੰਗਾ ਵਾਕਰ ਲਾਇਆ, ਉਹਦੇ ਪਿੱਛੇ ਪਜਾਰੋ ਵਾਂਗੂ ਸਟੱਪਣੀ ਲੱਗੀ ਮਾਰੀ। ਉਹ ਬਿਟੇ ਨਹੀਂ ਤੂੰ ਕਹ ਮਜ਼ਦੂਰ ਸੀ ਤੇ ਡਾਕਟਰ ਬਣ ਗਿਆ ਤੇ ਦਵਾਈ ਉੱਤੇ ਮਰੀਜ਼ ਨੂੰ ਖੜਾ ਕਰਕੇ ਨਾ ਥੱਲੇ ਇੰਜ ਸਿੱਟ ਰਿਹਾ। ਇੱਕ ਬੰਦੇ ਦਾ ਗਲਾ ਚੈੱਕ ਕਰਨਾ ਸੀ, ਉਹਨੂੰ ਕਹਿੰਦਾ ਗੋ ਤੇ ਖਲੋ ਜਾ। ਆਹੋ ਓਏ ਹੋਏ ਯਾਰ। ਮਜ਼ਦੂਰ ਸੀ, ਡਾਕਟਰ ਬਣ ਗਿਆ। ਇੱਕ ਬੰਦਾ ਮਹੀਨੇ ਦੀ ਦਵਾਈ ਲੈਣਾ, ਉਹਨੂੰ ਦਾਬਰੇ ਚ ਭਰ ਕੇ ਕਹਿੰਦਾ। ਇਹ ਵੀ ਮਜ਼ਦੂਰ ਸੀ, ਡਾਕਟਰ ਬਣ ਗਿਆ ਤੇ ਬੇਲਚੇ ਦੇ ਉੱਤੇ ਕਿੰਨੇ ਸਾਰੇ ਕੈਪਸੂਲ ਰੱਖੇ ਹੋਏ। ਓਏ ਅੱਛਾ ਯਾਰ। ਮੋਗੀ ਵਾਕਰ ਵਾਕਰ ਮੁੱਕ ਗਿਆ, ਉਹੀ 7-8 ਸੀ। ਵਾਕਰ ਤੇ ਜ਼ਿਆਦਾ ਨਹੀਂ ਸੀ ਹੈ। ਵਾਕਰ ਤੇ ਹੋ ਹੀ ਨਹੀਂ ਸਕਦੀਆਂ ਜ਼ਿਆਦਾ। ਇਹ ਵੀ ਭਾਈ ਇੱਕ ਘੋੜਾ ਰੇਸ ਤੇ ਲੈ ਗਿਆ। ਉਹ ਭਾਈ ਉਧਰੋਂ ਹੀ ਰੇਸ ਸ਼ੁਰੂ ਹੋਈ, ਉਧਰੋਂ ਹੀ ਉਹਨੇ ਲੱਤਾਂ ਚੁੱਕਦੀਆਂ। ਉਹ ਸਾਰੇ ਕਹਿੰਦੇ ਕੀ ਕਹਿੰਦਾ ਯਾਰ ਇਹ ਮੈਂ ਮਹਿੰਦੀਆਂ ਤੇ ਹੀ ਬਹੁਤ ਖੜਿਆ। ਉਹਨੂੰ ਆਦਤ ਪਈ। ਇਹ ਵੀ ਇੱਕ ਉਹ ਮਹਿੰਦੀ ਵਾਲਾ ਘੋੜਾ ਲੈ ਕੇ ਰੇਸ 'ਚ। ਉਹ ਮਿੰਟ ਕੁ ਬਾਅਦ ਇੰਜ ਕਰ ਲਵੇ। ਬਾਕੀ ਸਾਰੇ ਦੌੜ ਗਏ, ਉੱਥੇ ਖਲੋਤਾ ਇੰਜ ਕਰੀ ਜਾ ਰਿਹਾ। ਦੱਸ ਯਾਰ। ਕਰਦੇ ਮਿੱਟੀ ਇਹਦੀ ਗੱਲ ਕਰਦੇ ਇਹਦੀ ਗੱਲ ਵੀ ਮਿੱਟੀ ਕਰਦੇ ਕਰਕੇ। ਤੂੰ ਅੱਜ ਇੰਨੀ ਫਿੱਕੀ ਗੱਲ ਕਰ ਰਿਹਾ, ਤੇਰੇ ਤੋਂ ਪਿਛਲੀ ਤੇ ਤੇਰੇ ਤੋਂ ਅਗਲੀ ਦੋਵੇਂ ਮੁਤਾਸਰ ਹੋ ਜਾਣਗੇ। ਓਏ ਉਸ ਵੇਲੇ
ਤੂੰ ਆਪਣੀ ਤੇ ਜਿਹੜੀ ਕਰਨੀ ਲੇਕਿਨ ਐਡੀ ਪਾਵਰਫੁਲ ਹੁੰਦੀ ਹੈ ਅਗਲੀ ਵੀ ਤੇਰੇ ਤੋਂ ਬਾਅਦ ਵਾਲੀ ਵੀ ਮਿੱਟੀ ਹੁੰਦੀ, ਤੇਰੇ ਤੋਂ ਪਿਛਲੀ ਵੀ ਮਿੱਟੀ ਹੋ ਜਾਂਦੀ ਹੈ। ਤੂੰ ਅੱਜ ਦੋਸਰ ਕਰ ਰਿਹਾ ਤੀਸਰ ਕਰ ਰਿਹਾ ਤੂੰ ਅੱਜ। ਮਦਸਰ ਵਗਰਾ ਬੰਦਾ ਕੁੱਤੇ ਤੇ ਪੈਰ ਰੱਖ ਕੇ ਕਹਿੰਦਾ ਕੋਈ ਨਹੀਂ ਆਪ ਹੀ ਆ। ਦੋ ਰੋਟੇ ਦੀ ਚੂਰੀ ਕੁੱਟ ਕੇ ਕਾਂ ਨੂੰ ਪਾਉਣ ਚੱਲ ਗਿਆ ਛੱਤ ਤੇ। ਚੱਲ ਆ ਸਾਜੀ ਠਹਿਰੋ ਇਸਲਾਮਾਬਾਦ ਵਾਲੀ ਸਾਈਡ ਤੇ ਗਿਆ ਤੇ ਗਵਾਚ ਗਿਆ। ਉਹਨਾਂ ਨੇ ਇਹਦਾ ਮੂੰਹ ਦੇਖ ਕੇ ਇਹਨੂੰ ਵਾਰਸਪੁਰੇ ਛੱਡ ਗਏ। ਮੈਂ ਕਿਹਾ ਇੱਧਰ ਦਾ ਮੁਦੱਸਰ ਨੂੰ ਵੀ ਡਾਕੂ ਟੱਕਰ ਗਿਆ ਸੀ, ਮੈਨੂੰ ਪਤਾ ਤਲਾਸ਼ੀ ਸੀ, ਲਈ ਤੇ ਮੈਨੂੰ ਕੁਝ ਨਹੀਂ ਨਿਕਲਿਆ। ਮੁੜ ਕੇ ਫਿਰ ਉਹਨਾਂ ਨੇ ਗੱਲਾਂ ਭੰਨਣ ਦੀ ਕੋਸ਼ਿਸ਼ ਕੀਤੀ। ਬਾਅਦ ਚ ਪਤਾ ਲੱਗਾ ਇਹ ਤਾਂ ਸਿਰਵਾ ਖੂਨ ਨਿਕਲਿਆ ਨਾ ਜਦੋਂ ਫਿਰ ਉਹ ਤਾਂ ਖੂਨ ਵਾ ਯਾਰ। ਗੱਲਾਂ ਐਸੇ ਚੱਕਰਾਂ ਦੇ ਵਿੱਚ ਪੁੱਠਾ ਪਿਸਟਲ ਮਾਰਦੇ ਰਹੇ ਇਹਦੇ। ਚੱਲ ਹੋ ਗਈ ਸੀ, ਪਿੱਛੋਂ ਹੀ ਮਜ਼ਾ ਆ ਗਿਆ ਸੀ। ਅਗਲੀ ਵੀ ਆਪੇ ਖਰਾਬ ਕਰਤੀ। ਚੱਲ ਪਿੱਛੇ ਮਜ਼ਾ ਆ ਗਿਆ ਸੀਗਾ, ਮੈਂ ਛੱਡ ਦੇ ਡਾਕਟਰ ਆ ਗਿਆ ਸੀ, ਉਹਨੂੰ ਅੱਗੇ ਤੁਰੀ ਜਾ ਰਿਹਾ। ਅੱਗੇ ਲਈ ਜਾਣਾ ਆਪੇ। ਮੁੜ ਕੇ ਪਿਸਟਲ ਮਾਰ ਕਰੇ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਾ, ਫਿਰ ਉਹਨਾਂ ਨੇ ਰੋੜਾ ਮਾਰਿਆ। ਆਪੇ ਖਰਾਬ ਕਰ ਲੈਂਦਾ ਆਪੇ। ਜਾ ਯਾਰ ਕਿਤੇ ਤੂੰ ਗੂੰਗਾ ਹੀ ਹੋਇਆ ਜਾ। ਐਂਬਲੀ ਦੇ ਲੋ ਕੁੱਤੇ ਤੇ ਬਲੀਚ ਡੁੱਲੀ। ਸਾਰੀ ਐਂਬਲੀ ਦੇਖ ਲਓ। ਹਾਂਡੀ ਚ ਥੁੱਕ ਸੁੱਟੇ। ਯਾਰ ਇਮਲੀ ਬੱਚੇ ਖੁਸ਼ ਹੋ ਰਹੇ ਕੁਛ ਬੋਲ ਹੈ ਦੋਸਤਾਂ ਕੀ ਐਡੀ ਤੈਨੂੰ ਕੀ ਅੱਗੇ ਤੈਨੂੰ ਕਦੇ ਜੁਗਤਾ ਨਹੀਂ ਵੱਜੀਆਂ ਵੱਜੀਆਂ ਬੇਪਾ। ਤੇ ਫਿਰ ਤਾਜੀ ਐਂਬਲੀ ਦੇਖ ਲਓ। ਦੇਖ ਖੋਤੇ ਨੇ ਨਰੋਜ਼ੀ ਪਾਈ। ਹੈ ਖੋਤੇ ਨੇ ਰੋਜ਼ੀ ਰੋਜ਼ੀ ਕੀ ਹੁੰਦੀ? ਖੇੜੀ ਜੁੱਤੀ ਬਰੀਕ ਜੁਗਤ। ਇੱਕ ਡਾਕੂ ਇਹਦੀ ਤਲਾਸ਼ੀ ਲੈਂਦਾ ਤੇ ਉਹਨੂੰ ਨਾਲ ਕਹਿੰਦੇ ਧਿਆਨ ਨਾਲ ਲਈ ਪਿਛਲੀ ਦਫਾ ਵੀ 100 ਰਹਿ ਗਿਆ ਸੀ। ਡਾਕੂ ਨੂੰ ਕਹਿ ਰਿਹਾ ਪਿਛਲੀ ਵਾਰੀ ਵੀ 100 ਮੇਰੀ ਜੇਬ 'ਚ ਹੀ ਰਹਿ ਗਿਆ ਸੀ, ਧਿਆਨ ਨਾਲ ਤਲਾਸ਼ੀ ਲਈ। ਤਾਜੀ ਐਂਬਲੀ ਦੇਖ ਲਓ। ਕੱਛੂ ਕੁੰਮੇ ਦਾ ਚਾਰਜਰ ਹੁੰਦਾ ਜੀ। ਐਂਬਲੀ ਦੇਖ ਲਓ, ਤਾਜੀ ਠੰਡੀ ਇਸਤਰੀ ਹੁੰਦੀ। ਆ ਗਿਆ ਪ੍ਰੋਗਰਾਮ ਦੇ ਮੁੱਕਣ ਦਾ ਟਾਈਮ ਆ ਗਿਆ ਭਾਈ। ਐਂਬਲੀ ਦੇਖ ਲਓ ਜੀ। ਤੀਨ ਚੜੇਲ ਹੁੰਦੀ। ਪ੍ਰੋਗਰਾਮ ਦਾ ਟਾਈਮ ਕਾਫੀ ਦੇਰ ਦਾ ਮੁੱਕ ਗਿਆ ਸੀ, ਢੇਠੇ ਹੋ ਕੇ ਵਧਾਈ ਜਾ ਰਹੇ ਹੈ। ਆਪਣਾ ਬੜਾ ਖਿਆਲ ਰੱਖਣਾ ਭਾਈ। ਗੱਲ ਇਹ ਹੈ ਕਿ ਸਿੱਧੀ ਗੱਲ ਆ ਕਿ ਅਸੀਂ ਫਿੱਕਾ ਨਿਕਲਿਆ ਮਿੱਠਾ ਨਿਕਲਿਆ ਤੁਹਾਡਾ। ਅਸੀਂ ਆ ਗਏ, ਅਸੀਂ ਬਹਿ ਗਏ, ਅਸੀਂ ਆਪਣਾ ਟਾਈਮ ਜ਼ੋਰ ਲਾਤਾ। ਤੇ ਕੱਲ ਮੈਂ ਇੱਕ ਗੱਲ ਕੀਤੀ ਸੀ ਪਿਛਲੇ ਸ਼ੋਅ ਸੌਰੀ ਐਂਜ਼ਾਈਟੀ ਦੇ ਹਵਾਲੇ ਦੇ ਨਾਲ, ਠੀਕ ਹੈ ਜੀ। ਉਹ ਬੜਾ ਐਪਰੀਸ਼ੀਏਟ ਕੀਤਾ ਤੁਸੀਂ, ਔਰ ਉਹ ਫਿਰ ਮੈਂ ਦੁਬਾਰਾ ਦੁਹਰਾਵਾਂਗਾ ਕਿ ਕੋਈ ਤੁਹਾਡੇ ਇਰਦ ਗਿਰਦ ਕੋਈ ਤੁਹਾਡਾ ਬਜ਼ੁਰਗ ਦੋਸਤ ਦੋਸਤ ਦਾ ਵਾਲਦਾ ਵੱਡਾ ਭਰਾ ਕੋਈ ਜਾਣਨ ਵਾਲਾ ਜਿਹੜਾ ਤੁਹਾਨੂੰ ਲੱਗੇ ਕਿ ਯਾਰ ਇਹ ਬੰਦਾ ਬਹੁਤ ਖਿਜਣ ਲੱਗ ਪਿਆ, ਬਹੁਤ ਉਕਤਾਹਟ ਆ ਗਈ ਇਹਦੇ 'ਚ, ਬੜਾ ਮਾਯੂਸ ਟਾਈਪ ਜਿਹਾ ਹੋ ਗਿਆ, ਇਹਨੂੰ ਸ਼ੋਰ ਤੋਂ ਪ੍ਰੋਬਲਮ ਹੋਣ ਲੱਗ ਪਈ ਆ, ਇਹ ਚਿੜਚਿੜਾ ਹੋ ਗਿਆ, ਇਸ ਤਰ੍ਹਾਂ ਦੀਆਂ ਕਾਫੀ ਇਲਾਮਾਤ। ਔਰ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਪਹਿਲੇ ਇਦਾਂ ਦਾ ਨਹੀਂ ਸੀ। ਉਸ ਬੰਦੇ ਨੂੰ ਫੌਰਨ, ਚਾਹੇ ਤੁਹਾਡਾ ਉਹ ਕਰੀਬੀ ਆ ਚਾਹੇ ਦੂਰ ਦਾ, ਫੌਰਨ ਅੱਗੇ ਵੱਧ ਕੇ ਉਹਨੂੰ ਸਾਈਕੋਲੋਜਿਸਟ ਕਿਸੇ ਵੀ ਡਾਕਟਰ ਕੋਲ ਲੈ ਕੇ ਜਾਓ। ਔਰ ਇਹ ਇੱਕ ਬਿਮਾਰੀ ਆ ਔਰ ਇਹਦੀ ਅਵੇਅਰਨੈਸ ਬਹੁਤ ਘੱਟ ਆ, ਖਾਸ ਤੌਰ ਤੇ ਮਿਡਲ ਤਬਕਾ ਲੋਕਾਂ ਨੂੰ ਬਹੁਤ ਘੱਟ ਆ। ਔਰ ਇਹ ਜ਼ੇਨ 'ਚ ਰੱਖਣਾ बस। ये मैं फिर ਤੁਹਾਨੂੰ दोबारा रिपीट करा रहा है, बाकी कल डिटेल ना जितना कहते ना इस पे मैंने एक वीडियो बनाई थी, मेरी 635 नंबर से वीडियो है, वो देख लें आप। मेरी इतना नहीं, मेरी पिछली वीडियो देख लेना ਤੁਸੀਂ। ਉਹ ਇੱਕ ਬੜੀ ਜ਼ਰੂਰੀ ਗੱਲ ਸੀ ਕਿ ਇਦਾਂ ਦੇ ਪੇਸ਼ੈਂਟ ਨੂੰ ਲੋਕੀ ਪ੍ਰੈਫਰ ਕਰਦੇ ਕਿ ਬਾਬੇ ਕੋਲ ਲੈ ਜਾਈਏ। ਹਾਂ ਉਹ ਕੱਲ ਕਰ ਲਈ ਸੀ ਨਾ ਸਾਰੀਆਂ ਗੱਲਾਂ ਪਿਛਲੇ ਸ਼ੋਅ ਸੌਰੀ ਮੈਂ ਟੀ ਟਾਈਮ ਸਮਝ ਕੇ ਕੱਲ ਕਹੀ ਜਾ ਰਿਹਾ। ਇਸ ਤੋਂ ਪਿਛਲੇ ਸ਼ੋਅ 'ਚ ਬੜੀ ਡਿਟੇਲ ਨਾਲ ਮੈਂ ਸਾਰੀ ਦੱਸੀ ਸੀ ਕਿ ਜਿਹੜੇ ਜਾਲੀ ਪੀਰ ਬਾਬੇ ਨੇ ਨਾ, ਉਹਨਾਂ ਦਾ ਸਭ ਤੋਂ ਫੇਵਰਟ ਸਭ ਤੋਂ ਮਜ਼ੇਦਾਰ ਜਿਹੜਾ ਪੇਸ਼ੈਂਟ ਆ ਨਾ, ਉਹ ਐਂਜ਼ਾਈਟੀ ਵਾਲਾ ਪੇਸ਼ੈਂਟ ਹੁੰਦਾ, ਕਿਉਂਕਿ ਐਂਜ਼ਾਈਟੀ ਦੀ ਇਲਾਮਤ ਜਿਹੜੀ ਨਾ ਰੂਹਾਨੀ ਜਿਹੜੀ ਮਸਾਇਲ ਹੁੰਦੀ, ਉਹਦੇ ਨਾਲ ਬਹੁਤ ਮਿਲਦੀ ਹੁੰਦੀ ਤੇ ਫੌਰਨ ਇਹ ਲੱਗਦਾ ਕਿ ਵੀ ਇਹਦੇ ਤੇ ਕਿਸੇ ਨੇ ਕੁਝ ਕਰਤਾ। ਲਿਹਾਜ਼ਾ ਉਹ ਤੁਸੀਂ ਐਸੇ ਕੋਈ ਵੀ, ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਕਿ ਮੈਂ ਆਪਣੇ ਮੇਰੇ ਵਾਲਦ ਸਾਹਿਬ ਨਾਲ ਮੇਰਾ ਐਕਸਪੀਰੀਅੰਸ ਹੋਇਆ ਕਿ ਬੜੇ ਉਹ ਜੌਲੀ, ਬੜੇ ਸੌਫਟ ਤਬੀਅਤ ਦੇ ਸੀ, ਲੇਕਿਨ ਆਖਰੀ ਉਮਰ ਦੇ 3-4 ਸਾਲ ਜਿਹੜੇ ਨਾ, ਉਹ ਐਸਾ ਇਸ ਹੱਦ ਤੱਕ ਆ ਗਏ ਕਿ ਉਹਨਾਂ ਕੋਲੋਂ ਮਾੜਾ ਜਿਹਾ ਵੀ ਸ਼ੋਰ ਬਰਦਾਸ਼ਤ ਨਹੀਂ ਹੁੰਦਾ, ਲੜ ਪੈਂਦੇ ਸੀ, ਚੀਜ਼ਾਂ ਤੋੜ ਦਿੰਦੇ ਸੀ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਠੀਕ ਵੀ ਹੋ ਜਾਂਦੇ ਸੀ। ਔਰ ਉਹਦੀ ਵਜ੍ਹਾ ਨਾਲ ਸਾਨੂੰ ਸਮਝ ਨਹੀਂ ਸੀ, ਸਾਡਾ ਉਹਨਾਂ ਦੇ ਨਾਲ ਇੱਕ ਫਾਸਲਾ ਪੈਂਦਾ ਗਿਆ। ਸਾਨੂੰ ਮਤਲਬ ਕਹਿ ਲਓ ਕਿ ਸਿੱਧੇ ਲਫ਼ਜ਼ਾਂ 'ਚ ਕਿ ਚੰਗੇ ਨਾਲ ਲੱਗਣਾ ਉਹਨਾਂ ਨੇ, ਅਸੀਂ ਉਹਨਾਂ ਨੂੰ ਕਹਿਣਾ ਗਿਆ ਕਿੱਦਾਂ ਦਾ ਪਿਓ ਆ, ਇਹਨੂੰ ਪਿਆਰ ਹੀ ਨਹੀਂ ਲਾ ਦੇਣਾ। ਲੇਕਿਨ ਸਾਨੂੰ ਇਹ ਨਹੀਂ ਸੀ ਸਮਝ ਆਈ ਕਿ ਉਹ ਕਿਸ ਕੰਡੀਸ਼ਨ 'ਚ ਕੀ ਉਹ ਫੇਸ ਕਰ ਰਹੇ ਨੇ, ਆਪਣੇ ਦਿਮਾਗ ਦੀ ਕਿਹੜੀ ਪ੍ਰੋਬਲਮ ਉਹ ਫੇਸ ਕਰ ਰਹੇ ਨੇ। ਬਿਮਾਰ ਸੀ, ਐਂਜ਼ਾਈਟੀ ਵਗੈਰਾ ਪ੍ਰੋਬਲਮ ਸੀ। ਤੇ ਮੈਂ ਜਿਸ ਡਾਕਟਰ ਕੋਲ ਦਵਾਈ ਲੈਣਾ ਉਹਦਾ ਮੈਂ ਤੁਹਾਨੂੰ ਡਾਕਟਰ ਦੱਸ ਦਿੰਦਾ। ਲਾਹੌਰ ਦੇ ਵਿੱਚ ਇੱਕ ਡਾਕਟਰ ਨਸਰੁੱਲਾ ਸਾਹਿਬ ਨੇ, ਬਹੁਤ ਕਮਾਲ ਡਾਕਟਰ ਨੇ। ਹੋ ਸਕਦਾ ਤੁਸੀਂ ਇਹ ਕਹੋ ਕਿ ਯਾਰ ਹਾਂ ਆਇਆ ਤੇ ਹੈਗਾ, ਲੇਕਿਨ ਅਸੀਂ ਲੈ ਕੇ ਕਿੱਥੇ ਜਾਈਏ।
ਤੇ ਮੈਂ ਤੁਹਾਨੂੰ ਦੱਸਦਾ ਫੈਸਲਾਬਾਦ 'ਚ ਵੀ ਬੜੇ ਅੱਛੇ ਡਾਕਟਰ ਨੇ, ਫੈਸਲਾ ਹਸਪੀਟਲ ਵੀ ਡਾਕਟਰ ਇੱਕ ਬੜੇ ਅੱਛੇ ਬੈਠਦੇ ਨੇ, ਲੇਕਿਨ ਜਿੱਥੋਂ ਮੈਂ ਇਲਾਜ ਕਰਾਇਆ ਜਾਂ ਮੈਂ ਜਿੱਥੇ ਲੈ ਕੇ ਗਿਆ, ਬਹੁਤ ਸਾਰੇ ਲੋਕਾਂ ਨੂੰ ਮੈਂ ਲੈ ਕੇ ਗਿਆ ਔਰ ਮੈਂ ਫੌਰਨ, ਕਿਉਂਕਿ ਮੈਂ ਇਹ ਫੇਸ ਕੀਤਾ ਬੜੇ ਸਾਲ, ਮੈਨੂੰ ਉਹ ਪਤਾ ਲੱਗ ਜਾਂਦਾ, ਥੋੜੀ ਨਿਸ਼ਾਨਦਹੀ ਹੋ ਜਾਂਦੀ ਕਿ ਯਾਰ ਇਹ ਕਰੈਕਟਰ ਇਸ ਤਰ੍ਹਾਂ, ਮੈਂ ਫਿਰ ਉਹਨਾਂ ਨੂੰ ਲੈ ਜਾਂਦਾ। ਮੈਂ 10 15 20 ਬੰਦੇ ਲੈ ਗਿਆ। ਡਾਕਟਰ ਨਸਰੁੱਲਾ ਸਾਹਿਬ, ਤੁਸੀਂ ਗੂਗਲ ਤੇ ਲਿਖੋਗੇ ਡਾਕਟਰ ਨਸਰੁੱਲਾ, ਔਰ ਮੈਂ ਨੰਬਰ ਵੀ ਥੱਲੇ ਉਹਨਾਂ ਦਾ ਦੇ ਦਿੰਦਾ ਕਿ ਕਿੱਥੇ ਤੁਹਾਨੂੰ ਲੱਗੇ ਐਸਾ ਬੰਦਾ, ਕੋਈ ਵੀ ਮੇਲ ਫੀਮੇਲ ਕੋਈ, ਤੇ ਤੁਸੀਂ ਉਹਨਾਂ ਨੂੰ ਉਸ ਡਾਕਟਰ ਕੋਲੋਂ 3:30 ਤੋਂ 4 ਉਹਨਾਂ ਦਾ ਟੋਕਨ ਟਾਈਮ ਹੁੰਦਾ, ਉਸ ਤੋਂ ਬਾਅਦ ਨੈਕਸਟ ਡੇ ਤੁਸੀਂ ਜਾਓ, ਇਨਸ਼ਾਅੱਲਾ ਤਾਲਾ ਤੁਸੀਂ ਦੁਆਵਾਂ ਹੀ ਦਿਓਗੇ ਮੈਨੂੰ, ਇਨਸ਼ਾਅੱਲਾ ਤਾਲਾ। ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖਣਾ, ਬਹੁਤ ਸ਼ੁਕਰੀਆ, ਥੈਂਕ ਯੂ, ਔਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਰੱਬ ਰੱਖਾ।